ਵਿੱਚ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਭੱਟ ਸਹਿਬਾਨ ਵੱਲੋਂ ਜੋ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਸਵਈਏ ਦੇ ਰੂਪ ਅੰਦਰ ਅੰਮ੍ਰਿਤਮਈ ਬਾਣੀ ਦਾ ਉਚਾਰਨ ਕੀਤਾ। ਅੱਜ ਦਾ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ ਹੈ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਭੱਟ ਜੀ ਜੋ ਪਾਵਨ ਬਚਨ ਉਚਾਰਨ ਕਰ ਰਹੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਜਗ ਜਿਤ ਸਤਿਗੁਰ ਪ੍ਰਮਾਣ, ਮਨ ਏਕ ਧਿਆਇਓ। ਧੰਨ ਧੰਨ ਸਤਿਗੁਰ ਅਮਰਦਾਸ, ਜਿਨ ਨਾਮ ਦ੍ਰਿੜਾਇਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਹਿਬਾਨ ਵੱਲੋਂ ਜੋ ਅੰਮ੍ਰਿਤਮਈ ਬਚਨ ਸਵਈਏ ਦੇ ਰੂਪ ਵਿੱਚ ਉਚਾਰਨ ਕੀਤੇ ਨੇ, ਅੱਜ ਦਾ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਾਵਨ ਅੰਗ 1397 ਦੇ ਉੱਪਰ ਸਭਾਏਮਾਨ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਭੱਟ ਕੱਲ ਜੀ ਕਿਰਪਾ ਕਰਦੇ ਨੇ ਕਿ ਹੇ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਪਣਾ ਆਪ ਸਮਰਪਣ ਕਰਕੇ ਸੱਚਾ ਗਿਆਨ ਹਾਸਲ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪ੍ਰਵਾਨ ਹੋਏ ਹੋ ਔਰ ਪ੍ਰਮਾਣਿਕ ਸਤਿਗੁਰੂ ਦਾ ਰੂਪ ਬਣ ਕੇ ਤੁਸੀਂ ਸਾਰੇ ਜਗਤ ਨੂੰ ਜਿੱਤ ਲਿਆ ਹੈ। ਇਹੀ ਗੁਰੂ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ, ਖਾਸੀਅਤ ਹੈ। ਅਗਰ ਬਹਿਰੂਨੀ ਤਲ ਤੇ ਵੇਖਾਂਗੇ ਤਾਂ ਬੜਿਆਂ ਨੇ ਐਸੀ ਭਾਵਨਾ ਬਣਾਈ ਸੀ ਕਿ ਅਸੀਂ ਸਾਰੇ ਜੱਗ ਨੂੰ ਜਿੱਤਣਾ ਹੈ। ਉਹ ਭਾਵੇਂ ਸਿਕੰਦਰ ਵਰਗੇ ਹੋਣ ਤੇ ਭਾਵੇਂ ਹਿਟਲਰ ਵਰਗੇ ਹੋਣ, ਜਿਨ੍ਹਾਂ ਨੇ ਹੰਕਾਰ ਦੇ ਤਲ ਉਤੇ ਸੰਸਾਰ ਨੂੰ, ਪੂਰੇ ਜਗਤ ਨੂੰ ਜਿੱਤਣ ਦੀ ਭਾਵਨਾ ਬਣਾਈ, ਪਰ ਉਹ ਜਿੱਤ ਨਹੀਂ ਸਕੇ, ਜ਼ਿੰਦਗੀ ਦੀ ਬਾਜੀ ਹਾਰ ਗਏ। ਉਹ ਪੂਰੇ ਜਗਤ ਉਤੇ ਜਿੱਤ ਪ੍ਰਾਪਤ ਨਹੀਂ ਕਰ ਸਕੇ। ਪਰ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖਾ, ਤੂੰ ਆਪਣਾ ਆਪਾ ਆਪ ਸਮਰਪਣ ਕਰਕੇ ਵੇਖ, ਤੈਨੂੰ ਸਾਰੇ ਜਗਤ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ। ਪਰ ਤੈਨੂੰ ਆਪਣਾ ਆਪਾ ਸਮਰਪਣ ਦਾ ਅਰਥ ਹੁੰਦਾ ਜਿੱਥੇ ਹੰਕਾਰ ਨਹੀਂ ਹੁੰਦਾ,
ਜਿੱਥੇ ਹੰਕਾਰ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉੱਥੇ ਫਿਰ ਸਾਰੇ ਜਗਤ ਦੀਆਂ ਖੁਸ਼ੀਆਂ ਤੇਰੀ ਝੋਲੀ ਵਿੱਚ ਪੈ ਸਕਦੀਆਂ। ਇਸੇ ਲਈ ਆਖਿਆ ਸੀ ਕਿ ਹਸਤੀ ਸਿਰ ਜਿਉ ਅੰਕਸ਼ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ, ਇਉ ਗੁਰਮੁਖ ਆਪ ਨਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਇਉਂ ਇਸ ਤਰ੍ਹਾਂ ਆਪਣਾ ਆਪਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸਮਰਪਣ ਕਰੀਏ, ਤੇ ਜਦੋਂ ਸਮਰਪਣ ਕਰਕੇ ਅਸੀਂ ਸੇਵਾ ਭਾਵਨਾ ਨਾਲ ਜੁੜਾਂਗੇ ਤੇ ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਸਕਦਾ ਹੈ, ਸਾਰੇ ਜਗਤ ਦਾ ਰਾਜ ਪ੍ਰਾਪਤ ਹੋ ਸਕਦਾ ਹੈ। ਗੁਰੂ ਰਾਮਦਾਸ ਮਹਾਰਾਜ, ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਘਰ ਆ ਕੇ ਆਪਣਾ ਆਪਾ ਸਮਰਪਣ ਕੀਤਾ, ਮਨ ਵੀ ਸਮਰਪਣ ਕਰ ਦਿੱਤਾ ਔਰ ਤਨ ਵੀ ਸਮਰਪਣ ਕਰ ਦਿੱਤਾ। ਹੁਣ ਮਨ ਤਨ ਕਰਕੇ ਤੁਸੀਂ ਗੁਰੂ ਅਮਰਦਾਸ ਜੀ ਦੇ ਹੁਕਮ ਤੋਂ ਬਾਹਰ ਨਹੀਂ ਹੁੰਦੇ, ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲੇ, ਔਰ ਐਸਾ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਣਾ ਕੀਤਾ ਕਿ ਇੱਕ ਦਿਨ ਸਤਿਗੁਰ ਦਾ ਰੂਪ ਬਣ ਕੇ ਗੁਰੂ ਘਰ ਵਿੱਚ ਪ੍ਰਮਾਣ ਹੋ ਗਏ, ਪ੍ਰਵਾਨ ਹੋਏ। ਤਾਈ ਤੇ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਦਾ ਰੂਪ ਬਣ ਗਏ। ਭੱਟ ਜੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਜਗ ਜੀਤੋ ਜੀਤਾਓ, ਤੁਸੀਂ ਜਗ ਨੂੰ ਜਿੱਤ ਲਿਆ, ਜਗਤ ਨੂੰ ਜਿੱਤਣ ਵਾਲੇ ਹੋ। ਸਤਿਗੁਰ ਪਰਮਾਣ, ਸਤਿਗੁਰ ਜਿਹੜਾ ਰਾਰਾ ਇਹ ਮੁਕਤਾ ਹੈ, ਇਹਨੂੰ ਔਂਕੜ ਨਹੀਂ ਲੱਗੀ। ਤੁਸੀਂ ਗੁਰ ਕਹਿੰਦੇ ਗਿਆਨ ਨੂੰ, ਗੁਰੂ ਜਿਸ ਗੁਰੂ ਸਾਹਿਬ ਨਾਲ ਆਪਾਂ ਜੁੜੇ ਹੋਏ ਹਾਂ, ਤੁਸੀਂ ਸੱਚ ਦਾ ਗਿਆਨ ਪ੍ਰਾਪਤ ਕਰਕੇ ਤੁਸੀਂ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਏ। ਹੁਣ ਤੁਸੀਂ ਕੀ ਹੋ? ਪ੍ਰਮਾਣਿਕ ਸਤਿਗੁਰੂ ਹੋ। ਇਸ ਲਈ ਤੁਸੀਂ ਪ੍ਰਮਾਣਿਕ ਸਤਿਗੁਰੂ ਸੱਚਾ ਗਿਆਨ ਪ੍ਰਾਪਤ ਕਰਕੇ ਜਗ ਜੀਤੋ, ਇਸ ਜਗਤ ਨੂੰ ਜਿੱਤ ਲਿਆ ਹੈ। ਪਰ ਹੁਣ ਸਵਾਲ ਇਹ ਹੈ ਕਿ ਕਿਵੇਂ, ਕਿਸ ਤਰ੍ਹਾਂ? ਤਾਂ ਭੱਟ ਜੀ ਕਹਿੰਦੇ ਮਨ ਏਕ ਧਿਆਇਓ, ਮਨ ਦੇ ਨੰਨੇ ਨੂੰ ਸਿਹਾਰੀ, ਮਨ ਵਿੱਚ ਤੁਸੀਂ ਕੇਵਲ ਤੇ ਕੇਵਲ ਮਨ ਵਿੱਚ ਇੱਕ ਨੂੰ ਹੀ ਧਿਆਇਆ ਹੈ, ਇੱਕ ਦਾ ਹੀ ਨਾਮ ਦਾ ਅਭਿਆਸ ਕੀਤਾ, ਇੱਕ ਦੇ ਨਾਮ ਨੂੰ ਹੀ ਹਰ ਵੇਲੇ ਧਿਆਉਣਾ ਕੀਤਾ ਹੈ। ਤੇ ਅੱਗੇ ਜ਼ਿਕਰ ਕੀਤਾ ਸੀ ਕਿ ਪੜ੍ਹਨਾ, ਸੁਣਨਾ, ਜਪਣਾ, ਆਰਾਧਨਾ, ਧਿਆਉਣਾ, ਇਹ ਵੱਖ-ਵੱਖ ਅਵਸਥਾਵਾਂ ਨੇ। ਸੁਣਨਾ ਕੁਝ ਸਮੇਂ ਲਈ ਹੋ ਸਕਦਾ ਹੈ, ਪੜ੍ਹਨਾ ਕੁਝ ਸਮੇਂ ਲਈ ਹੋ ਸਕਦਾ ਹੈ। ਅਸੀਂ 24 ਦੇ 24 ਘੰਟੇ ਸੁਣ ਨਹੀਂ ਸਕਦੇ, 24 ਦੇ 24 ਘੰਟੇ ਪੜ੍ਹ ਨਹੀਂ ਸਕਦੇ। 24 ਘੰਟੇ ਜਿਹੜਾ ਹੈ ਉਹ ਅਸੀਂ ਪਰਮੇਸ਼ਵਰ ਦੇ ਨਾਮ ਨਾਲ ਜੁੜ ਨਹੀਂ ਸਕਦੇ, ਨਾ ਜੁੜਦੇ ਹਾਂ। ਪਰ ਜਿਹੜੀ ਆਰਾਧਨਾ ਹੈ, ਧਿਆਉਣਾ ਹੈ, ਇਹ ਹਰ ਵੇਲੇ ਹੈ, ਹਰ ਸਮੇਂ, ਹਰ ਟਾਈਮ ਹੈ। ਅਸੀਂ ਸ਼ੁਰੂਆਤ ਪੜ੍ਹਨ ਔਰ ਸੁਣਨ ਤੋਂ ਕਰਦਿਆਂ ਹੋਇਆਂ ਜਪ ਤੱਕ ਆਉਣਾ, ਫਿਰ ਜਪਦਿਆਂ ਜਪਦਿਆਂ ਅਸੀਂ ਆਰਾਧਨਾ, ਧਿਆਉਣ ਤੱਕ ਆਉਣਾ, ਤੇ ਜਦੋਂ ਅਸੀਂ ਧਿਆਉਣਾ ਕਰਾਂਗੇ ਉਦੋਂ ਇਹ ਬਖਸ਼ਿਸ਼ਾਂ ਸਾਨੂੰ ਵੀ ਮਿਲ ਜਾਣਗੀਆਂ। ਇਸੇ ਲਈ ਆਖਿਆ ਸੀ ਕਿ ਜੇ ਆਰਾਧਨਾ ਕਰਨੀ ਹੈ ਤਾਂ ਦਿਨ ਰਾਤ ਦੀ ਹੁੰਦੀ ਹੈ, ਕੁਝ ਸਮੇਂ ਦੀ ਨਹੀਂ ਹੁੰਦੀ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨ ਕੀਜੈ ਢਿੱਲਾ। ਉੱਥੇ ਨਿਮਖ ਜਿੰਨੀ ਵੀ ਢਿੱਲ ਨਹੀਂ ਹੁੰਦੀ। ਇਸ ਲਈ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀ, ਤੁਸੀਂ ਗੁਰੂ ਅਮਰਦਾਸ ਜੀ ਦੇ ਘਰ ਸੱਚਾ ਗਿਆਨ ਲੈ ਕੇ ਪ੍ਰਮਾਣਿਕ ਸਤਿਗੁਰ ਬਣੇ, ਜਗਤ ਨੂੰ ਜਿੱਤਿਆ, ਕਿਉਂਕਿ ਮਨ ਏਕ ਧਿਆਇਓ। ਤੁਸੀਂ ਮਨ ਵਿੱਚ ਹਰ ਸਮੇਂ, ਹਰ ਪਲ ਇੱਕ ਨੂੰ ਹੀ ਜਿਹੜਾ ਉਹ ਧਿਆਉਣਾ ਕੀਤਾ। ਕਦੇ ਵੀ ਮਨ ਵਿੱਚ ਕਿਸੇ ਦੂਜੇ ਤੀਜੇ ਦੇ ਪ੍ਰਤੀ ਫੁਰਨਾ ਬਣਿਆ ਹੀ ਨਹੀਂ, ਕਿਸੇ ਦੂਜੇ ਦਾ ਧਿਆਨ ਮਨ ਦੇ ਵਿੱਚ ਆਇਆ ਹੀ ਨਹੀਂ। ਕੇਵਲ ਤੇ ਕੇਵਲ ਇੱਕ ਪਰਮੇਸ਼ਵਰ ਦੇ ਨਾਮ ਨੂੰ ਤੁਸੀਂ ਧਿਆਇਆ ਹੈ।
ਅਮਰਦਾਸ ਜਿਨ ਨਾਮ ਦਿੜਾਇਓ। ਬੜੇ ਪਿਆਰ ਨਾਲ ਔਰ ਧਿਆਨ ਨਾਲ ਸਮਝਣ ਦਾ ਯਤਨ ਕਰਨਾ। ਭੱਟ ਜੀ ਨੇ ਆਖਿਆ ਵੀ ਮਨ ਏਕ ਧਿਆਇਓ। ਤੁਸੀਂ ਮਨ ਵਿੱਚ ਇੱਕ ਨੂੰ ਧਿਆ ਕੇ ਜਗਤ ਨੂੰ ਜਿੱਤ ਕੇ ਤੇ ਪ੍ਰਮਾਣਿਕ ਸਤਿਗੁਰੂ ਦਾ ਰੂਪ ਜਿਹੜਾ ਉਹ ਸੱਚੇ ਗਿਆਨ ਦਾ ਰੂਪ ਬਣ ਗਏ। ਹੁਣ ਜਿਹੜਾ ਮਨ ਏਕ ਧਿਆਇਓ, ਜਿਹੜਾ ਇੱਕ ਧਿਆਇਆ ਉਹ ਕਿਹਦੇ ਰਾਹੀਂ ਹੈ? ਇੱਕ ਨੂੰ ਧਿਆਉਣਾ ਜਿਹੜਾ ਸਾਡਾ ਹੋਇਆ ਉਹ ਕਿਹਦੇ ਦੁਆਰਾ, ਕਿਹਦੇ ਰਾਹੀਂ ਹੈ? ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ। ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਧੰਨ ਹੋ, ਧੰਨਤਾ ਦੇ ਯੋਗ ਹੋ। ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਭਾਵ ਭਾਈ ਜੇਠਾ ਜੀ ਦੇ ਰੂਪ ਵਿੱਚ, ਤੁਸੀਂ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ। ਇੱਕ ਨਾਮ ਉਹਨਾਂ ਅੰਦਰ ਦ੍ਰਿੜ ਕਰਵਾ ਦਿੱਤਾ। ਐਸਾ ਪੱਕਾ ਅੰਦਰ ਹਿਰਦੇ ਵਿੱਚ ਨਾਮ ਉਹਨਾਂ ਦੇ ਟਿਕਾ ਦਿੱਤਾ, ਵਸਾ ਦਿੱਤਾ ਕਿ ਉਹਨਾਂ ਨੇ ਸਿਰਫ ਮਨ ਏਕ ਧਿਆਇਓ, ਇੱਕ ਨੂੰ ਹੀ ਧਿਆਇਆ। ਕਦੇ ਵੀ ਧਿਆਨ ਦੂਜੇ ਤੀਜੇ ਪਾਸੇ ਗਿਆ ਹੀ ਨਹੀਂ। ਇਸ ਲਈ ਗੁਰੂ ਅਮਰਦਾਸ ਜੀ ਵੀ ਧੰਨ ਨੇ ਜਿਨ੍ਹਾਂ ਨੇ ਇਹ ਸੱਚੇ ਨਾਮ ਨੂੰ ਅੰਦਰ, ਗੁਰੂ ਰਾਮਦਾਸ ਜੀ ਤੁਹਾਡੇ ਅੰਦਰ ਦ੍ਰਿੜ ਕਰ ਦਿੱਤਾ, ਤੁਹਾਡੇ ਅੰਦਰ ਹਿਰਦੇ ਦੇ ਵਿੱਚ ਪੱਕਾ ਪੂਰਨ ਤੌਰ ਤੇ ਵਸਾ ਦਿੱਤਾ। ਇਸ ਲਈ ਧੰਨ ਧੰਨ ਸਤਿਗੁਰ ਅਮਰਦਾਸ, ਜਿਨ ਦਾ ਅਰਥ ਹੈ ਜਿਨ੍ਹਾਂ ਨੇ ਨਾਮ ਦ੍ਰਿੜਾਇਓ। ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਤੁਹਾਡੇ ਅੰਦਰ ਨਾਮ ਨੂੰ ਦ੍ਰਿੜ ਕਰਵਾ ਦਿੱਤਾ, ਜਿਹਦੇ ਨਾਲ ਤੁਸੀਂ ਜਗਤ ਨੂੰ ਜਿੱਤਣ ਦੀ ਸਮਰੱਥਾ ਬਣਾਈ। ਔਰ ਸਤਿਗੁਰੂ ਗੁਰੂ ਬਾਬੇ ਨਾਨਕ ਦੇ ਘਰ ਵਿੱਚ ਸਤਿਗੁਰ ਪ੍ਰਮਾਣ ਦਾ ਰੂਪ ਜਿਹੜਾ ਉਹ ਤੁਸੀਂ ਬਣ ਕੇ ਇਹ ਬਖਸ਼ਿਸ਼ਾਂ ਹਾਸਲ ਕੀਤੀਆਂ। ਨਾਮ ਨਿਦਾਨ ਰਿੱਧ ਸਿੱਧ ਤਾਂ ਕੀ ਦਾਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੁਹਾਡੇ ਅੰਦਰ ਨਾਮ ਦ੍ਰਿੜ ਕਰਵਾ ਦਿੱਤਾ, ਉਸ ਨਾਮ ਨੂੰ ਤੁਸੀਂ ਧਿਆਇਆ, ਧਿਆ ਕੇ ਤੁਸੀਂ ਸਾਰੇ ਜਗਤ ਨੂੰ ਜਿੱਤਣ ਦੀ ਸਮਰੱਥਾ ਅੰਦਰ ਬਣਾਈ। ਔਰ ਪ੍ਰਮਾਣਿਕ ਸਤਿਗੁਰੂ ਦਾ ਰੂਪ ਜਿਹੜਾ ਸੀ ਉਹ ਬਣ ਗਏ। ਜਦੋਂ ਤੁਸੀਂ ਪ੍ਰਮਾਣਿਕ ਸਤਿਗੁਰੂ ਦਾ ਰੂਪ ਬਣ ਗਏ, ਨਵ ਨਿਧ ਨਾਮ ਨਿਧਾਨ, ਤੇ ਜਿਹੜਾ ਨਾਮ ਸੀ ਨਾ, ਇਹ ਨਾਮ ਦਾ ਖਜ਼ਾਨਾ, ਇਹ ਨਾਮ ਦਾ ਖਜ਼ਾਨਾ ਕੀ ਹੈ? ਨਵ ਨਿਧ, ਇਹ 9 ਨਿਧੀਆਂ ਦੇ ਖਜ਼ਾਨੇ ਇਹਦੇ ਵਿੱਚ ਭਰੇ ਹੋਏ ਨੇ। ਜਾਂ ਕਹਿ ਲਓ ਕਿ ਸਾਰੇ ਦੇ ਸਾਰੇ ਹੀ ਖਜ਼ਾਨੇ ਭਰੇ ਪਏ ਨੇ ਨਾਮ ਵਿੱਚ। ਸਾਨੂੰ ਵੱਖ-ਵੱਖ ਥਾਵਾਂ ਤੇ ਭਟਕਣ ਦੀ ਲੋੜ ਨਹੀਂ ਕਿ ਆਹ ਖਜ਼ਾਨਾ ਲੈਣਾ ਹੈ ਤੇ ਪੂਰਬ ਨੂੰ ਜਾਓ, ਇਹ ਵਾਲਾ ਖਜ਼ਾਨਾ ਲੈਣਾ ਹੈ ਤੇ ਪੱਛਮ ਨੂੰ ਜਾਓ, ਆਹ ਵਾਲਾ ਖਜ਼ਾਨਾ ਲੈਣਾ ਹੈ ਤੇ ਸਾਨੂੰ ਉੱਤਰ ਵੱਲ ਜਾਣਾ ਪਏਗਾ, ਦੱਖਣ ਦਿਸ਼ਾ ਵੱਲ ਜਾਣਾ ਪਏਗਾ। ਸਾਰੇ ਦੇ ਸਾਰੇ ਹੀ ਖਜ਼ਾਨੇ ਜਿਹੜੇ ਨੇ ਉਹ ਪਰਮੇਸ਼ਵਰ ਦੇ ਨਾਮ ਵਿੱਚ ਨੇ। ਜਿਹੜਾ ਪਰਮੇਸ਼ਵਰ ਦੇ ਨਾਮ ਨਾਲ ਜੁੜ ਗਿਆ ਉਹਨੂੰ ਕਿਸੇ ਹੋਰ ਦੀ ਥਾਂ ਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਸਾਰੀਆਂ ਬਖਸ਼ਿਸ਼ਾਂ ਪਰਮੇਸ਼ਵਰ ਦੇ ਨਾਮ ਵਿੱਚ ਨੇ। ਅਸੀਂ ਇੱਕ ਇੱਕ ਫਲ ਤੋੜਾਂਗੇ ਦਰਖਤ ਤੋਂ, ਇੱਕ ਇੱਕ ਹੀ ਮਿਲੇਗਾ। ਤੇ ਜੇ ਪੂਰਾ ਦਰਖਤ ਹੀ ਤੁਹਾਡਾ ਹੋ ਜਾਏ ਫਿਰ ਤੁਹਾਨੂੰ ਇੱਕ ਇੱਕ ਫਲ ਤੋੜਨ ਦੀ ਲੋੜ ਨਹੀਂ, ਕਿਉਂਕਿ ਸਾਰੇ ਦੇ ਸਾਰੇ ਫਲ ਹੀ ਤੁਹਾਡੇ ਹੋ ਗਏ। ਜਦੋਂ ਪੂਰਾ ਦਾ ਪੂਰਾ ਰੁੱਖ ਹੀ ਮਿਲ ਗਿਆ। ਉਹ ਰੁੱਖ ਕੀ ਹੈ? ਪਰਮੇਸ਼ਵਰ ਦਾ ਨਾਮ। ਪਰਮੇਸ਼ਵਰ ਦੇ ਨਾਮ ਰੂਪੀ ਰੁੱਖ ਨੂੰ ਸਾਰੇ ਹੀ ਫਲ ਲੱਗੇ ਹੋਏ ਨੇ। ਕਹਿਣ ਲੱਗੇ ਬਸ ਨਾਮ ਦੀ ਦਾਤ ਤੁਹਾਨੂੰ ਮਿਲ ਜਾਏ ਤੇ ਤੁਹਾਨੂੰ ਫਲ ਮੰਗਣ ਦੀ ਲੋੜ ਨਹੀਂ, ਫਲ ਤੇ ਆਪੇ ਹੀ ਮਿਲ ਜਾਣਾ। ਤੁਸੀਂ ਦਰਖਤ ਦੇ ਹੇਠਾਂ ਜਾਓਗੇ ਤੇ ਉਹਨੂੰ ਥੋੜੀ ਕਹੋਗੇ ਵੀ ਮੈਨੂੰ ਛਾਂ ਦੇ ਦੇ, ਮੈਂ ਤੇਰੀ ਛਾਇਆ ਹੇਠ ਬੈਠਣ ਲਈ ਆਇਆ। ਨਹੀਂ, ਦਰਖਤ ਹੇਠ ਜਾਓਗੇ, ਛਾਇਆ ਉਹਦੀ ਛਾਂ ਆਪੇ ਹੀ ਮਿਲ ਜਾਣੀ ਹੈ। ਨਾਮ ਦੇ ਨਾਲ ਜੁੜਨ ਦੀ ਲੋੜ ਹੈ। ਜਦੋਂ ਨਾਮ ਨਾਲ ਜੁੜ ਗਏ ਸਾਰੇ ਖਜ਼ਾਨੇ ਬਖਸ਼ਿਸ਼ਾਂ ਆਪੇ ਹੀ ਮਿਲ ਜਾਣੀਆਂ।
ਬਸ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਹੀ ਔਖਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ, ਜਦੋਂ ਤੁਸੀਂ ਮਨ ਏਕ ਧਿਆਇਓ, ਜਦੋਂ ਗੁਰੂ ਅਮਰਦਾਸ ਜੀ ਨੇ ਅਧਿਆਪਕ ਬਣ ਕੇ, ਟੀਚਰ ਬਣ ਕੇ, ਤੁਹਾਨੂੰ ਸਿਖਿਆਰਥੀ ਬਣਾ ਕੇ ਨਾਮ ਤੁਹਾਡੇ ਅੰਦਰ ਦ੍ਰਿੜ ਕਰਵਾਇਆ, ਤੇ ਫਿਰ ਨਵ ਨਿਧ ਨਾਮ ਨਿਧਾਨ, ਜਦੋਂ ਤੁਸੀਂ ਪ੍ਰਮਾਣਿਕ ਸਤਿਗੁਰ ਦਾ ਰੂਪ ਬਣ ਗਏ, ਇਹ ਸਾਰੇ ਨਵ ਨਿਧੀਆਂ ਦੇ ਖਜ਼ਾਨੇ ਜਿਹੜੇ ਨਾਮ ਦੇ ਵਿੱਚ ਸੀ ਉਹ ਤੁਹਾਨੂੰ ਪ੍ਰਾਪਤ ਹੋ ਗਏ। ਨਾਮ ਦਾ ਖਜ਼ਾਨਾ ਤੇ ਨਵ ਨਿਧੀ ਦੇ ਰੂਪ ਵਿੱਚ ਮਿਲ ਗਿਆ। ਰਿੱਧ ਸਿੱਧ ਤਾਂ ਕੀ ਦਾਸੀ, ਰਿੱਧ ਸਿੱਧ, ਰਿੱਧੀ ਤੇ ਸਿੱਧੀ, ਜਿਹਨੂੰ ਅਸੀਂ ਕਾਮਯਾਬੀ ਤੇ ਸਫਲਤਾ ਕਹਿ ਸਕਦੇ ਹਾਂ। ਜਿਹੜੀ ਕਾਮਯਾਬੀ ਸਫਲਤਾ ਹੈ ਉਹ ਤਾਂ ਤੁਹਾਡੀ ਦਾਸੀ ਹੈ, ਉਹ ਤਾਂ ਤੁਹਾਡੇ ਚਰਨਾਂ ਦੇ ਵਿੱਚ ਜੁੜਨ ਵਾਲੀ ਹੈ, ਤੁਹਾਡੇ ਹੁਕਮ ਦੇ ਵਿੱਚ ਹੈ। ਤੁਸੀਂ ਜਿਹਦੇ ਤੇ ਹੁਕਮ ਕਰਦੇ ਹੋਗੇ, ਇਹ ਜਿਹੜੀ ਤੁਹਾਡੀ ਦਾਸੀ ਹੈ, ਸਫਲਤਾ, ਕਾਮਯਾਬੀ, ਇਹ ਉਹਦੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਅਸੀਂ ਬਾਹਰੋਂ ਕਾਮਯਾਬ ਹੋਏ, ਕੋਈ ਸ਼ੱਕ ਨਹੀਂ, ਬਾਹਰੋਂ ਸਫਲਤਾਵਾਂ ਅਸੀਂ ਹਾਸਲ ਕੀਤੀਆਂ ਨੇ, ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ। ਬੜੀਆਂ ਬੁਲੰਦੀਆਂ ਨੂੰ ਅਸੀਂ ਛੂ ਕੇ ਕਾਮਯਾਬ ਹੋ ਗਏ, ਅਸੀਂ ਮੈਡਲ ਵੀ ਆਪਣੇ ਗਲ ਵਿੱਚ ਪਾ ਲਏ, ਡਿਗਰੀਆਂ ਵੀ ਅਸੀਂ ਲੈ ਲਈਆਂ, ਮੈਡਲ ਵੀ ਸਾਡੇ ਕੋਲ ਕਾਮਯਾਬੀ ਦੇ ਬਹੁਤ ਨੇ। ਅਸੀਂ ਬੜੇ ਮਾਣ ਨਾਲ ਦਿਖਾਉਂਦੇ ਹਾਂ ਕਿ ਆਹ ਮੇਰੀ ਕਾਮਯਾਬੀ ਦਾ ਸਰਟੀਫਿਕੇਟ ਹੈ, ਆਹ ਮੇਰੀ ਕਾਮਯਾਬੀ ਦੀ ਡਿਗਰੀ ਹੈ, ਆਹ ਮੇਰੀ ਕਾਮਯਾਬੀ ਦਾ ਮੈਡਲ ਹੈ। ਪਰ ਬਾਹਰੋਂ ਹੀ ਅਸੀਂ ਕਾਮਯਾਬ ਹੋਏ ਹਾਂ, ਬਾਹਰੋਂ ਹੀ ਸਫਲਤਾ ਮਿਲੀ ਹੈ, ਪਰ ਅੰਦਰ ਝਾਤ ਮਾਰ ਕੇ ਵੇਖੀਏ ਕਿ ਅੰਦਰ ਕਾਮਯਾਬੀ ਮਿਲ ਗਈ। ਸਰੀਰ ਕਰਕੇ ਤਾਂ ਅਸੀਂ ਕਾਮਯਾਬ ਹੋ ਗਏ, ਪਰ ਜਿੰਦ ਆਤਮਾ ਕਰਕੇ ਅਸੀਂ ਕਿਤੇ ਕਾਮਯਾਬ ਤਾਂ ਨਹੀਂ ਹੋਏ, ਅੰਦਰ ਫੇਲ ਤਾਂ ਨਹੀਂ ਹੋ ਗਏ। ਕਿਉਂਕਿ ਅੰਦਰ ਦੀ ਕਾਮਯਾਬੀ ਉਦੋਂ ਮਿਲਣੀ ਹੈ ਜਦੋਂ ਨਾਮ ਹਿਰਦੇ ਵਿੱਚ ਵਸੇਗਾ ਤੇ ਅਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜ ਜਾਵਾਂਗੇ। ਜਦੋਂ ਸਾਡੀ ਸੁਰਤ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਏ ਔਰ ਇਸ ਜਿੰਦ ਦਾ ਮੇਲ ਨਿਰੰਕਾਰ ਨਾਲ ਹੋ ਜਾਏ, ਉਦੋਂ ਸਾਡੀ ਕਾਮਯਾਬੀ ਹੈ, ਉਦੋਂ ਸਾਡੀ ਸਫਲਤਾ ਹੈ। ਤਾਂ ਹੀ ਤੇ ਆਖਿਆ ਸੀ ਅਸੀਂ, ਸਾਡਾ ਸਿਸਟਮ ਉਲਟ ਹੈ ਕਿ ਜਿਹੜਾ ਸੰਸਾਰ ਦੇ ਵਿੱਚ ਸਰੀਰਕ ਚੋਲਾ ਤਿਆਗ ਰਿਹਾ, ਭਾਵੇਂ ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾ ਰਿਹਾ, ਭਾਵੇਂ ਹਾਰ ਕੇ ਜਾ ਰਿਹਾ, ਅਸੀਂ ਰੋਂਦੇ ਸਾਰਿਆਂ ਲਈ ਹਾਂ। ਪਰ ਕਬੀਰ ਸਾਹਿਬ ਜੀ ਕਹਿੰਦੇ ਨਹੀਂ, ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ। ਜਿਹੜਾ ਆਪਣੇ ਗ੍ਰਹਿ, ਆਪਣੇ ਘਰ ਚਲਾ ਗਿਆ, ਸਰੀਰ ਕਰਕੇ ਨਹੀਂ, ਜਿੰਦ ਕਰਕੇ। ਸਰੀਰ ਕਰਕੇ ਤੇ ਰੋਜ਼ ਘਰੋਂ ਨਿਕਲਦੇ ਆ, ਰੋਜ਼ ਘਰ ਵਾਪਸ ਆ ਜਾਂਦੇ ਆ, ਸਵੇਰੇ ਘਰੋਂ ਨਿਕਲਦੇ ਆ, ਸ਼ਾਮ ਤੱਕ ਵਾਪਸ ਆ ਜਾਂਦੇ ਆ, ਸਵੇਰੇ ਨਿਕਲਦੇ ਆ, ਹਫ਼ਤੇ 10 ਦਿਨ, ਮਹੀਨੇ 6 ਮਹੀਨੇ, ਚਲੋ ਇੱਕ ਦਿਨ ਵਾਪਸ ਆ ਜਾਂਦੇ ਆ ਘਰ। ਪਰ ਆਹ ਜਿਹੜੀ ਨਿਮਾਣੀ ਜਿੰਦ ਹੈ, ਇਹ ਪਤਾ ਨਹੀਂ ਕਦੋਂ ਦੀ ਪਰਮੇਸ਼ਵਰ ਦੇ ਘਰੋਂ ਨਿਕਲੀ ਹੈ, ਪਰਤ ਕੇ ਇਹਨੂੰ ਘਰ ਨਸੀਬ ਹੀ ਨਹੀਂ ਹੋਇਆ। ਬਹੁਤ ਜਨਮ ਵਿਛੜੇ ਥੇ ਮਾਧੋ, हे ਮਾਧੋ ਜੀ, ਤੁਹਾਡੇ ਘਰ ਤੋਂ ਪਤਾ ਨਹੀਂ ਕਦੋਂ ਦੇ ਵਿਛੜੇ ਹੋਏ ਆ। ਇਹ ਕਦੋਂ ਦੀ ਨਿਮਾਣੀ ਜਿੰਦ ਜਿਹੜੀ ਹੈ ਘਰੋਂ ਨਿਕਲੀ ਹੋਈ, ਪਰਤ ਕੇ ਉਸ ਘਰ ਤੱਕ ਪਹੁੰਚ ਹੀ ਨਹੀਂ ਪਾ ਰਹੀ, ਕਿਉਂਕਿ ਰੁਕਾਵਟਾਂ ਬਹੁਤ ਨੇ, ਵਿਕਾਰ ਬਹੁਤ ਨੇ। ਵਿਕਾਰਾਂ ਦੀ ਮੈਲ ਹੀ ਇੰਨੀ ਜ਼ਿਆਦਾ ਭਰੀ ਪਈ ਹੈ ਵੀ ਨਿਮਾਣੀ ਜਿੰਦ ਪਹੁੰਚ ਹੀ ਨਹੀਂ ਪਾ ਰਹੀ। ਤੇ ਅਸਲ ਕਾਮਯਾਬੀ ਉਦੋਂ ਮਿਲਣੀ ਹੈ ਜਦੋਂ ਅਸੀਂ ਆਪਣੇ ਗ੍ਰਹਿ, ਆਪਣੇ ਘਰ ਪਹੁੰਚ ਜਾਵਾਂਗੇ, ਆਤਮਿਕ ਤਲ ਤੇ। ਤੇ ਜਿੰਨਾ ਚਿਰ ਅਸੀਂ ਆਤਮਿਕ ਤਲ ਤੇ ਪਰਮੇਸ਼ਵਰ ਦੇ ਨਿਰੰਕਾਰ ਦੇ ਘਰ ਤੱਕ ਨਹੀਂ ਪਹੁੰਚਦੇ, ਅਸੀਂ ਫੇਲ ਹਾਂ, ਅਸੀਂ ਜ਼ਿੰਦਗੀ ਦੀ ਬਾਜੀ ਹਾਰ ਰਹੇ ਹਾਂ। ਇਸ ਲਈ ਜਿਹਨੇ ਜਿਉਂਦਿਆਂ ਜੀ ਆਪਣੇ ਜੀਵਨ ਨੂੰ ਸਫਲ ਕਰ ਲਿਆ, ਰਿੱਧੀ ਸਿੱਧੀ, ਇਹ ਜੋਗੀਆਂ ਵਾਲੀ ਨਹੀਂ। ਰਿੱਧੀ ਸਿੱਧੀ ਦਾ ਮਤਲਬ ਹੈ ਕਿ ਨਿਰੰਕਾਰ ਤੱਕ ਅੰਜਨ ਮਾਹੇ ਨਿਰੰਜਨ ਰਹੀ ਹੈ। ਜਿਹੜਾ ਅੰਜਨ ਵਿੱਚ ਰਹਿ ਕੇ ਨਿਰਅੰਜਨ ਨਾਲ ਜੁੜ ਗਿਆ, ਕਹਿੰਦੇ ਉਹ ਹੈ ਅਸਲ ਵਿੱਚ ਕਾਮਯਾਬ, ਉਹ ਹੈ ਅਸਲ ਵਿੱਚ ਸਫਲ ਜੀਵਨ ਵਾਲਾ। ਤੇ ਕਬੀਰ ਜੀ ਕਹਿੰਦੇ ਜਿਹਨੇ ਆਪਣੇ ਜੀਵਨ ਵਿੱਚ ਕਾਮਯਾਬੀ ਹਾਸਲ ਕਰ ਲਈ, ਸਫਲ ਹੋ ਗਿਆ,
ਉਹਦੇ ਲਈ ਕਾਹਦਾ ਰੋਣਾ? ਉਹਦੇ ਲਈ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਹ ਤਾਂ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਕੇ ਗਿਆ। ਇਹ ਕਾਮਯਾਬ ਹੋ, ਜਦੋਂ ਕੋਈ ਕਾਮਯਾਬ ਹੋ ਕੇ ਆਵੇ ਤੇ ਅਸੀਂ ਕੀ ਧਾਹਾਂ ਮਾਰ ਕੇ ਰੋਂਦੇ ਹਾਂ? ਨਹੀਂ, ਅਸੀਂ ਬੜੇ ਖੁਸ਼ ਪ੍ਰਸੰਨ ਹੁੰਦੇ ਹਾਂ ਕਿਉਂਕਿ ਅੱਜ ਇਹ ਜਿਹੜਾ ਇਹ ਬੜੀ ਕਾਮਯਾਬੀ ਹਾਸਲ ਕਰਕੇ ਘਰ ਆਇਆ, ਇਹ ਮੈਡਲ ਲੈ ਕੇ, ਡਿਗਰੀ ਲੈ ਕੇ ਆਇਆ ਹੈ। ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਵੀ ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ, ਜੋ ਹਾਟੈ ਹਾਟ ਬਿਕਾਏ। ਕਹਿੰਦੇ ਰੋਣਾ ਉਹਦੇ ਲਈ ਹੈ ਜਿਹੜਾ ਸਾਕਤ ਹੈ, ਜਿਹੜਾ ਕਾਮਯਾਬ ਨਹੀਂ ਹੋਇਆ, ਫੇਲ ਹੋ ਗਿਆ, ਜਿਹੜਾ ਇੱਕ ਹੱਟੀ ਤੋਂ ਦੂਜੀ ਹੱਟੀ ਤੇ ਵਿਕਦਾ ਹੈ। ਇੱਕ ਜਨਮ ਆ ਮਿਲਿਆ ਸੀ, ਇਹ ਹੱਟੀ ਹੈ ਸਾਡੀ, ਹੁਣ ਅਗਲੀ ਹੱਟੀ ਪਤਾ ਨਹੀਂ ਕਿਹੜੀ ਮਿਲਣੀ ਹੈ, ਅਗਲਾ ਜੀਵਨ ਪਤਾ ਨਹੀਂ ਕਿਹੜਾ ਮਿਲਣਾ ਹੈ। ਰੋਣਾ ਤੇ ਉਹਦੇ ਲਈ ਚਾਹੀਦਾ ਜਿਹੜਾ ਨਾ ਕਾਮਯਾਬ ਹੋਇਆ, ਜਿਨੇ ਧਰਮ ਦੀ ਦੁਨੀਆ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਦ੍ਰਿੜ ਕਰਕੇ ਸਫਲਤਾ ਹਾਸਲ ਨਹੀਂ ਕੀਤੀ ਆਤਮਿਕ ਤਲ ਤੇ, ਉਹਦੇ ਵਾਸਤੇ ਰੋਣਾ ਚਾਹੀਦਾ ਹੈ। ਜਿਹੜਾ ਕਾਮਯਾਬ ਹੋ ਗਿਆ ਉਹਦੇ ਵਾਸਤੇ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀਓ, ਤੁਸੀਂ ਜਿੱਥੇ ਨਵ ਨਿਧੀਆਂ ਦਾ ਖਜ਼ਾਨਾ ਪਰਮੇਸ਼ਵਰ ਦੇ ਨਾਮ ਵਿੱਚੋਂ ਦੀ ਪ੍ਰਾਪਤ ਕਰ ਲਿਆ, ਉੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀ ਰਿੱਧੀ ਸਿੱਧੀ ਹੈ, ਇਹ ਤਾਂ ਤੁਹਾਡੇ ਚਰਨਾਂ ਦੀ ਦਾਸੀ ਬਣ ਗਈ। ਸਫਲਤਾਵਾਂ ਕਾਮਯਾਬੀਆਂ ਜਿਹੜੀਆਂ ਨੇ ਤੇ ਤੁਹਾਡੇ ਦਰ ਦੀਆਂ ਦਾਸੀਆਂ ਨੇ। ਤੁਸੀਂ ਜਿਹਦੇ ਤੇ ਆਪਣੀ ਮਿਹਰ ਬਖਸ਼ਿਸ਼ ਕਰਦੇ ਹੋ, ਉਹਦੀ ਝੋਲੀ ਵਿੱਚ ਇਹ ਰਿੱਧੀ ਸਿੱਧੀ, ਇਹ ਕਾਮਯਾਬੀ, ਇਹ ਸਫਲਤਾ ਦੀ ਦਾਤ ਪੈ ਜਾਂਦੀ ਹੈ। ਭੱਟ ਜਿਨ੍ਹਾਂ ਨੂੰ ਇਹ ਸਮਝ ਆਈ, ਭੱਟ ਕੱਲ ਜੀ, ਜੋ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਬਾਰੇ ਸਮਝ ਆਈ, ਉਹਨਾਂ ਨੇ ਇਹ ਜ਼ਿਕਰ ਕਰਦਿਆਂ ਆਪਣੀ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ। ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ। ਗੁਰੂ ਰਾਮਦਾਸ ਮਹਾਰਾਜ ਜੀ, ਜਦੋਂ ਤੁਸੀਂ ਪੁਰਖ, ਪੁਰਖ ਦਾ ਅਰਥ ਹੁੰਦਾ ਹੈ ਅਕਾਲ ਪੁਰਖ, ਕਰਤਾ ਪੁਰਖ। ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਔਰ ਕਰਤਾ ਜਿਹੜਾ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਸਾਰਾ ਜਿੰਨਾ ਵੀ ਇਹ ਆਕਾਰ ਬ੍ਰਹਿਮੰਡ ਦਾ ਨਜ਼ਰ ਆ ਰਿਹਾ ਹੈ, ਇਹ ਸਾਰਿਆਂ ਦੀ ਰਚਨਾ ਕਰਨ ਵਾਲਾ ਇੱਕੋ ਹੀ ਹੈ, ਕਰਤਾ ਪੁਰਖ। ਜੇ ਕੋਈ ਕਾਲ ਤੋਂ ਰਹਿਤ ਹੈ ਤੇ ਉਹ ਹੈ ਅਕਾਲ ਪੁਰਖ। ਅਸੀਂ ਉਸ ਪੁਰਖ ਨਾਲ ਜੁੜਨਾ ਹੈ ਜਿਨੇ ਸਾਰੇ ਸੰਸਾਰ ਦੀ ਰਚਨਾ ਕੀਤੀ, ਜਿਨੇ ਸਾਡੀ ਤੁਹਾਡੀ ਸਾਰਿਆਂ ਦੀ ਰਚਨਾ ਕੀਤੀ ਹੈ। ਉਸ ਕਰਤੇ ਪੁਰਖ ਨਾਲ ਜੁੜਨਾ, ਅਸੀਂ ਉਸ ਨਾਲ ਜੁੜਨਾ ਜਿਹੜਾ ਕਾਲ ਤੋਂ ਰਹਿਤ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਕੀ ਕੀਤਾ? ਤੁਸੀਂ ਪੁਰਖ ਭੇਟਿਓ ਅਬਨਾਸ਼ੀ, ਤੁਸੀਂ ਉਸ ਪੁਰਖ ਨੂੰ ਮਿਲਣਾ ਕੀਤਾ। ਭੇਟਿਓ ਦਾ ਅਰਥ ਹੈ ਮਿਲਾਪ। ਅਕਾਲ ਪੁਰਖ, ਕਰਤਾ ਪੁਰਖ ਨਾਲ ਤੁਹਾਡਾ ਮਿਲਾਪ ਹੋਇਆ, ਜਿਹੜਾ ਅਬਨਾਸ਼ੀ, ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ। ਦੁਨੀਆ ਸਾਰੀ ਨਾਸ਼ਵੰਤ ਹੈ। ਜੇ ਕੋਈ ਅਬਨਾਸ਼ੀ ਨਾਸ਼ ਤੋਂ ਰਹਿਤ ਹੈ ਤੇ ਉਹ ਇੱਕੋ ਹੀ ਹੈ, ਅਬਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਕਹਿੰਦੇ ਜਿਹਦੇ ਨਾਮ ਦਾ ਸਿਮਰਨ ਕਰਦਿਆਂ ਸਾਡੇ ਅੰਦਰ ਦੀ ਸਾਰੀ ਮਲ ਧੁੱਪ ਜਾਂਦੀ ਹੈ, ਉਹ ਇੱਕੋ ਹੀ ਹੈ, ਉਹ ਹੈ ਅਬਨਾਸ਼ੀ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹਨੂੰ ਕੋਈ ਨਾਸ਼ ਕਰ ਹੀ ਨਹੀਂ ਸਕਦਾ, ਜਿਹਦੀ ਕੋਈ ਹੱਤਿਆ ਕਰ ਹੀ ਨਹੀਂ ਸਕਦਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਨਾਹਤ, ਜਿਹਦੀ ਕੋਈ ਹੱਤਿਆ ਕਰ ਹੀ ਨਹੀਂ ਸਕਦਾ। ਗੁਰੂ ਰਾਮਦਾਸ ਜੀ, ਤੁਸੀਂ ਉਸ ਕਰਤਾ ਪੁਰਖ ਅਕਾਲ ਪੁਰਖ ਨੂੰ ਦਾ ਧਿਆਨ ਧਰ ਕੇ, ਉਹਦੇ ਨਾਮ ਨੂੰ ਦ੍ਰਿੜ ਕਰਕੇ, ਉਹਦੇ ਨਾਮ ਨੂੰ ਧਿਆ ਕੇ, ਉਹਦੀ ਪ੍ਰਾਪਤੀ ਕਰਕੇ ਸਹਿਜ ਸਰੋਵਰ ਮਿਲਿਓ। ਤੁਹਾਨੂੰ ਸਹਿਜ ਦਾ ਸਰੋਵਰ ਮਿਲ ਗਿਆ, ਸਹਿਜ ਦੇ ਸਰੋਵਰ ਦੀ ਪ੍ਰਾਪਤੀ ਹੋ ਗਈ। ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ। ਜਦੋਂ ਤੁਸੀਂ ਅਬਨਾਸ਼ੀ ਪੁਰਖ ਨੂੰ ਭੇਟਿਓ, ਉਹਦੇ ਮਿਲਾਪ ਦੀ ਅਵਸਥਾ ਪ੍ਰਾਪਤ ਕਰ ਲਈ,
ਇੱਕ ਨਾਮ ਦੇ ਨਾਲ ਜੁੜ ਕੇ ਉਦੋਂ ਤੁਹਾਨੂੰ ਸਹਿਜ ਦਾ ਸਰੋਵਰ ਪ੍ਰਾਪਤ ਹੋ ਗਿਆ। ਉਹ ਸਰੋਵਰ ਜਿਹਦੇ ਵਿੱਚ ਕਹਿੰਦੇ ਟਿਕਾ ਹੀ ਟਿਕਾ ਹੈ, ਜਿੱਥੇ ਕਹਿ ਲਓ ਕਿ ਸਕੂਨ ਹੈ, ਸ਼ਾਂਤੀ ਹੈ, ਉਹ ਸਹਿਜ ਦਾ ਸਰੋਵਰ ਤੁਹਾਨੂੰ ਮਿਲ ਗਿਆ, ਜਿਹਦੇ ਵਿੱਚ ਕਦੀ ਹਿਲਜੁਲ ਹੁੰਦੀ ਨਹੀਂ, ਜਿਹਦੇ ਵਿੱਚ ਕਦੇ ਵੀ ਜਿਹੜਾ ਉਹ ਕਹਿ ਲਓ ਕਿ ਵੈਕਾਰਾਂ ਦੀਆਂ ਲਹਿਰਾਂ ਉੱਠਦੀਆਂ ਹੀ ਨਹੀਂ, ਜਿਹੜਾ ਹਰ ਵੇਲੇ ਟਿਕਾ ਵਿੱਚ ਟਿਕਿਆ ਰਹਿੰਦਾ ਹੈ। ਤੁਸੀਂ ਉਸ ਸਰੋਵਰ ਦੀ ਪ੍ਰਾਪਤੀ ਉਸ ਅਕਾਲ ਪੁਰਖ ਕਰਤੇ ਪੁਰਖ ਦੀ ਪ੍ਰਾਪਤੀ ਦੇ ਨਾਲ ਕਰ ਲਈ ਹੈ। ਆਦਲੇ ਭਗਤ ਜਿਤ ਲਗ ਤਰੇ, ਸੋ ਗੁਰ ਨਾਮ ਦਿਰੜਾਇਓ। ਹੁਣ ਫਿਰ ਸਵਾਲ ਪੈਦਾ ਹੋਏਗਾ ਕਿ ਮਨ ਏਕ ਧਿਆਇਓ, ਤੁਸੀਂ ਇੱਕ ਨਾਮ ਨੂੰ ਧਿਆਇਆ। ਜਿਨ ਨਾਮ ਦ੍ਰਿੜਾਇਓ, ਜਿਸ ਗੁਰੂ ਨੇ ਤੁਹਾਨੂੰ ਨਾਮ ਦ੍ਰਿੜ ਕਰਵਾਇਆ, ਹੁਣ ਉਹ ਨਾਮ ਕਿਹੜਾ ਹੈ? ਪਰਮੇਸ਼ਵਰ ਦੇ ਨਾਮ ਤਾਂ ਬਹੁਤ ਨੇ, ਪਰ ਜਿੰਨੇ ਵੀ ਪਰਮੇਸ਼ਵਰ ਦੇ ਨਾਮ ਨੇ ਇਹ ਸਾਰੇ ਹੀ ਕੀਰਤਨ ਨਾਮ ਨੇ। ਜੋ ਵੀ ਉਹਦੀ ਕਿਰਤ ਹੈ ਨਾ, ਅਸੀਂ ਵੇਖ ਰਹੇ ਹਾਂ ਸੰਸਾਰ ਵਿੱਚ ਜੋ ਵੀ ਉਹ ਕਰਤਾ, ਜੋ ਵੀ ਵਰਤਾ ਰਿਹਾ ਹੈ, ਜੋ ਵੀ ਉਹਦਾ ਸਿਸਟਮ ਚੱਲ ਰਿਹਾ ਹੈ, ਉਹ ਸਿਸਟਮ ਨੂੰ ਵੇਖ ਕੇ ਉਨੇ ਹੀ ਉਹਦੇ ਨਾਮ ਪੈ ਗਏ। ਉਹ ਸਾਰਿਆਂ ਦੀ ਸੰਭਾਲ ਕਰਨ ਵਾਲਾ, ਉਹਦਾ ਨਾਮ ਗੋਬਿੰਦ ਪੈ ਗਿਆ। ਉਹ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ, ਉਹਦਾ ਨਾਮ ਗੋਪਾਲ ਪੈ ਗਿਆ। ਉਹ ਸਾਰਿਆਂ ਉੱਤੇ ਆਪਣੀ ਦਇਆ ਕਰਨ ਵਾਲਾ, ਉਹਦਾ ਨਾਮ ਦਇਆਲ ਪੈ ਗਿਆ। ਉਹ ਦੀਨਾਂ ਉੱਤੇ ਦਇਆ ਕਰਦਾ ਹੈ, ਇਸ ਲਈ ਉਹ ਦਿਆਲੂ ਹੈ। ਉਹ ਸਭਨਾਂ ਤੇ ਆਪਣੀ ਮਿਹਰ ਕਰਦਾ ਹੈ, ਉਹਦਾ ਨਾਮ ਮਿਹਰਬਾਨ ਹੈ। ਕਈ ਪਰਮੇਸ਼ਵਰ ਦੇ ਜਿਹੜੇ ਉਹ ਨਾਮ ਕਿਉਂ ਪੈ ਗਏ? ਕਿਉਂਕਿ ਜਿੱਦਾਂ ਜਿੱਦਾਂ ਸਮਝ ਆਈ ਕੁਦਰਤ ਨੂੰ ਵੇਖ ਕੇ ਉਸ ਕਰਤੇ ਦੀ ਸਮਝ ਆਈ, ਉਸੇ ਤਰ੍ਹਾਂ ਪਰਮੇਸ਼ਵਰ ਦੇ ਨਾਮ ਜਿਹੜੇ ਸੀ ਉਹ ਪੈ ਗਏ। ਪਰ ਜਿਹੜਾ ਉਹਦਾ ਸੱਚਾ ਨਾਮ ਹੈ, ਜਿਹਨੂੰ ਸਤ ਨਾਮ ਆਪਾਂ ਕਹਿੰਦੇ ਆ, ਸੱਚਾ ਨਾਮ, ਔਰ ਉਹ ਨਾਮ ਜਿਹੜਾ ਧੁਰ ਤੋਂ ਹੀ ਚੱਲਦਾ ਆ ਰਿਹਾ ਹੈ, ਧੁਰ ਤੋਂ ਹੀ ਜਿਹੜੇ ਭਗਤ ਜਨ ਹੋਏ ਨੇ, ਉਦੋਂ ਤੋਂ ਹੀ ਉਹ ਨਾਮ ਜਿਹੜਾ ਉਹ ਚੱਲਦਾ ਆ ਰਿਹਾ। ਹੁਣ ਆਪਾਂ ਜੇ ਖੋਜ ਕਰਕੇ ਵੇਖੀਏ ਤਾਂ ਜਿਹੜੇ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਹੈ। ਹੋਰ ਪਿਛੋਕੜ ਵਿੱਚ ਚਲੇ ਜਾਓ ਤੇ ਧਰੂ ਤੇ ਪਹਿਰਲਾਦ ਕਦੋਂ ਦੇ ਹੋਏ ਨੇ? ਅਸੀਂ ਸਮੇਂ ਦੀ ਵੰਡ ਤਾਂ ਕਰ ਦਿੱਤੀ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਹੈ, ਪਰ ਤੁਸੀਂ ਇਹ ਵੇਖੋ ਵੀ ਧਰੂ ਤੇ ਪਹਿਰਲਾਦ ਇਹ ਕੀ ਤ੍ਰੇਤਾ ਵਿੱਚ ਸੀ ਜਾਂ ਦੁਆਪਰ ਵਿੱਚ ਸੀ ਜਾਂ ਕਲਯੁਗ ਵਿੱਚ ਸੀ? ਨਹੀਂ, ਇਹ ਤੇ ਕਦੋਂ ਦੇ ਨੇ। ਜਦੋਂ ਦੇ ਅਵਤਾਰੀ ਪੁਰਸ਼ ਇਸ ਧਰਤੀ ਤੇ ਆਏ ਵੀ ਨਹੀਂ, ਇਹ ਧਰੂ ਤੇ ਪਹਿਰਲਾਦ ਉਦੋਂ ਦੇ ਭਗਤ ਬਣ ਕੇ ਪਰਮੇਸ਼ਵਰ ਦੇ ਨਾਮ ਨਾਲ ਜੁੜੇ ਹੋਏ ਨੇ। ਇਹੀ ਕਾਰਨ ਸੀ ਕਿ ਕਬੀਰ ਜੀ ਨੇ ਖੁਲਾਸਾ, ਕਿਉਂਕਿ ਕਬੀਰ ਜੀ ਕ੍ਰਾਂਤੀਕਾਰੀ ਭਗਤ ਨੇ, ਕਬੀਰ ਸਾਹਿਬ ਜੀ ਜਾਗਰਤਾ ਲਿਆਉਣ ਵਾਲੇ ਭਗਤ ਨੇ। ਉਹਨਾਂ ਆਖਿਆ ਕਬੀਰ ਰਾਮ ਕਹਿਨ ਮੈਂ ਭੇਦ ਹੈ, ਇਹ ਉਹ ਜਿਹੜਾ ਧਰੂ ਤੇ ਪਹਿਰਲਾਦ ਨੇ ਜਪਿਆ ਹੋਇਆ ਰਾਮ ਹੈ, ਇਹ ਤੇ ਧੁਰ ਤੋਂ ਹੀ ਆਇਆ। ਇਹ ਤੇ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਕਦੋਂ ਦੀ ਬਣੀ ਹੈ ਉਹ ਤੇ ਸਾਨੂੰ ਪਤਾ ਨਹੀਂ, ਪਰ ਅਸੀਂ ਸਮੇਂ ਦੀ ਵੰਡ ਜ਼ਰੂਰ ਕਰ ਦਿੱਤੀ। ਅਸੀਂ ਇਨਸਾਨ ਨੂੰ ਵੀ ਵੰਡ ਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਇਹ ਸੀ ਕਿ ਜਿਹੜੀ ਵੰਡੀਆਂ ਪਾਈਆਂ ਹੋਈਆਂ, ਜਿਹੜੀ ਨਫ਼ਰਤ ਈਰਖਾ ਭਰੀ ਹੋਈ ਸੀ, ਗੁਰੂ ਸਾਹਿਬ ਨੇ ਉਹਨਾਂ ਵੰਡੀਆਂ ਨੂੰ ਖਤਮ ਕਰਕੇ, ਉਹਨਾਂ ਦੇ ਅੰਦਰ ਨਫ਼ਰਤ ਈਰਖਾ ਨੂੰ ਖਤਮ ਕਰਕੇ ਉਹਨਾਂ ਨੂੰ ਇਨਸਾਨੀਅਤ ਦਾ ਪਹਾੜਾ ਪੜਾਇਆ ਕਿ ਤੁਸੀਂ ਇਹ ਵੰਡੀਆਂ ਪਾ ਕੇ ਜਿਹੜੀਆਂ ਬੈਠੇ ਹੋਏ ਹੋ, ਇਹਨੂੰ ਛੱਡੋ, ਪਹਿਲਾਂ ਇਨਸਾਨੀਅਤ ਦਾ ਪਹਾੜਾ ਤੇ ਪੜ ਲਓ। ਹਜੇ ਸਾਨੂੰ ਇਨਸਾਨੀਅਤ ਦੀ ਸਮਝ ਆਈ ਕੋਈ ਨਹੀਂ, ਹਜੇ ਸਾਨੂੰ ਆਪਣੇ ਆਪੇ ਦੀ ਸਮਝ ਆਈ ਕੋਈ ਨਹੀਂ, ਪਰ ਅਸੀਂ ਬੁਲੰਦੀਆਂ ਆਸਮਾਨ ਨੂੰ ਛੂ ਰਹੇ ਹਾਂ। ਪਰ ਆਸਮਾਨ ਨੂੰ ਛੂਹਣ ਦਾ ਕੀ ਲਾਭ ਜੇ ਸਾਨੂੰ ਇਨਸਾਨੀਅਤ ਹੀ ਸਮਝ ਨਾ ਆਈ? ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨੀਅਤ ਸਮਝਾਈ ਹਰ ਥਾਂ ਤੇ, ਹਰ ਵਰਗ, ਹਰ ਧਰਮ ਦੇ ਪ੍ਰਾਣੀ ਦੇ ਕੋਲ ਜਾ ਕੇ ਕਹਿਣ ਲੱਗੇ ਪਹਿਲਾਂ ਇਨਸਾਨੀਅਤ ਸਮਝ। ਉਸ ਪਰਮਾਤਮਾ ਨੇ ਇਨਸਾਨ ਬਣਾਇਆ ਹੈ, ਉਹਨੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਨਹੀਂ ਬਣਾਏ।
ਉਹਨੇ ਕਿਸੇ ਗਰੀਬ ਅਮੀਰ ਦੀ ਅਵਸਥਾ ਦੇ ਕੇ ਕਿਸੇ ਨੂੰ ਨਹੀਂ ਪੈਦਾ ਕੀਤਾ, ਸਾਰੇ ਜੀਆਂ ਨੂੰ ਇੱਕ ਰੂਪ ਵਿੱਚ ਪੈਦਾ ਕੀਤਾ। ਇਹ ਤਾਂ ਸਾਡੀ ਜਿਹੜੀ ਸੋਚ, ਇਸ ਸੋਚ ਨੇ ਅੱਗੋਂ ਵੰਡੀਆਂ ਪਾ ਕੇ ਨਫ਼ਰਤ ਪੈਦਾ ਕਰ ਦਿੱਤੀ। ਗੁਰੂ ਰਾਮਦਾਸ ਪਾਤਸ਼ਾਹ ਜੀਓ, ਤੁਸੀਂ ਉਸ ਨਾਮ ਨੂੰ ਦ੍ਰਿੜ ਕੀਤਾ ਹੈ। ਆਦ ਤੋਂ ਅਰਥ ਹੈ ਮੁੱਢ ਤੋਂ। ਜਿਹੜੇ ਮੁੱਢ ਤੋਂ ਭਗਤ ਹੋਏ ਨੇ, ਜਿਵੇਂ ਧਰੂ ਤੇ ਪ੍ਰਹਲਾਦ ਦੀ ਗੱਲ ਕੀਤੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੁਸੀਂ ਉਸ ਰਾਮ ਨੂੰ ਇਦਾਂ ਜਪੋ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ, ਪਰ ਉਹ ਕਿਹੜਾ ਰਾਮ ਹੈ ਸਾਨੂੰ ਉਹ ਦੇਖਣਾ ਪੈਣਾ ਹੈ। ਉਹ ਤੇ ਉਦੋਂ ਦੇ ਸੰਸਾਰ ਦੇ ਵਿੱਚ ਧਰੂ ਤੇ ਪ੍ਰਹਲਾਦ ਨੇ ਜਪਿਆ, ਪਰਮੇਸ਼ਵਰ ਦਾ ਨਾਮ ਜਪਿਆ ਹੈ, ਜਦੋਂ ਕਿ ਸੰਸਾਰ ਵਿੱਚ ਨਾ ਤ੍ਰੇਤਾ ਸੀ, ਨਾ ਦੁਆਪਰ ਸੀ, ਨਾ ਕਲਯੁਗ ਸੀ। ਇਸ ਲਈ ਕਹਿ ਰਹੇ ਨੇ ਕਿ ਉਹ ਸੱਚਾ ਨਾਮ, ਜਿਹਨੂੰ ਅੱਜ ਵੀ ਗੁਰਬਾਣੀ ਵਿੱਚ ਕਹਿੰਦੇ ਜਪ ਮਨ ਸਤ ਨਾਮ ਸਦਾ ਸਤਨਾਮ, ਤੂੰ ਸੱਚੇ ਨਾਮ ਦਾ ਅਭਿਆਸ ਕਰ। ਉਹ ਨਾਮ ਜਿਹੜਾ ਅੰਜਨ ਤੋਂ ਰਹਿਤ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮਨ ਕਰਕੇ ਤੂੰ ਨਿਰਅੰਜਨ, ਅੰਜਨ ਤੋਂ ਰਹਿਤ ਪਾਕ ਪਵਿੱਤਰ ਨਾਮ ਦਾ ਅਭਿਆਸ ਕਰ। ਤੋ ਗੁਰੂ ਰਾਮਦਾਸ ਜੀ ਆਦ ਲੈ ਭਗਤ ਜਿਤ ਲਗ ਤਰੇ, ਮੁੱਢ ਤੋਂ ਸ਼ੁਰੂ ਤੋਂ ਹੀ, ਕਿਉਂਕਿ ਉਹ ਆਪਣੇ ਭਗਤਾਂ ਦੀ ਪੈਜ ਸ਼ੁਰੂ ਤੋਂ ਹੀ ਰੱਖਦਾ ਆ ਰਿਹਾ ਹੈ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਧੁਰ ਤੋਂ ਹੀ ਆਪਣੇ ਪਿਆਰਿਆਂ ਦੀ ਭਗਤਾਂ ਦੀ ਲਾਜ ਰੱਖ ਕੇ ਉਹਨਾਂ ਨੂੰ ਤਾਰਦਾ ਆਇਆ ਹੈ। ਸੋ ਗੁਰ ਨਾਮ ਦ੍ਰਿੜਾਇਓ, ਉਹ ਗੁਰ ਰਾਰੇ ਨੂੰ ਸਿਹਾਰੀ ਗੁਰ ਨੇ, ਗੁਰੂ ਅਮਰਦਾਸ ਜੀ ਨੇ ਉਹ ਸੱਚਾ ਨਾਮ ਤੁਹਾਨੂੰ ਦ੍ਰਿੜ ਕਰਵਾਇਆ ਹੈ। ਉਸ ਨਾਮ ਨੂੰ ਦ੍ਰਿੜ ਕਰਵਾਇਆ ਤੇ ਤੁਸੀਂ ਇੱਕ ਮਨ ਦੇ ਵਿੱਚ ਨਾਮ ਨੂੰ ਧਿਆਇਆ, ਤੇ ਧਿਆ ਕੇ ਤੁਸੀਂ ਇਹ ਸਹਿਜ ਦਾ ਸਰੋਵਰ ਵੀ ਪ੍ਰਾਪਤ ਕਰ ਲਿਆ, ਔਰ ਤੁਸੀਂ ਨਵ ਨਿਧੀਆਂ ਦਾ ਖਜ਼ਾਨਾ ਵੀ ਪਾ ਲਿਆ, ਔਰ ਕਾਮਯਾਬੀਆਂ ਸਫਲਤਾਵਾਂ ਤੁਹਾਡੇ ਦਰਬਾਰ, ਤੁਹਾਡੇ ਚਰਨਾਂ ਦੀ ਦਾਸੀ ਬਣ ਗਈਆਂ। ਗੁਰ ਰਾਮਦਾਸ ਕਲ ਉਚਰੈ, ਤੈ ਹਰ ਪ੍ਰੇਮ ਪਦਾਰਥ ਪਾਇਓ। ਭੱਟ ਕਲ ਜੀ ਸਵਈਏ ਦਾ ਉਚਾਰਨ ਕਰਦਿਆਂ ਤੇ ਅਖੀਰ ਵਿੱਚ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਗਿਆਨ ਦੇ ਨਾਲ ਭਰਪੂਰ ਗੁਰੂ ਰਾਮਦਾਸ ਮਹਾਰਾਜ ਜੀਓ ਕਲ ਉਚਰੈ, ਭੱਟ ਕਲ ਜੀ ਉਚਾਰਨ ਕਰ ਰਹੇ ਨੇ, ਤੈਂ ਹਰ ਪ੍ਰੇਮ ਪਦਾਰਥ ਪਾਇਓ। ਮੁੱਕਦੀ ਗੱਲ ਇਹ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਾਮ ਨੂੰ ਧਿਆ ਕੇ, ਜਿਹੜਾ ਤੁਹਾਡੇ ਗੁਰੂ ਸਾਹਿਬ ਨੇ, ਜੋ ਤੁਹਾਡੇ ਅਧਿਆਪਕ ਨੇ, ਟੀਚਰ ਨੇ, ਤੁਹਾਨੂੰ ਨਾਮ ਦ੍ਰਿੜ ਕਰਵਾਇਆ, ਉਹਨੂੰ ਤੁਸੀਂ ਆਪਣੇ ਮਨ ਵਿੱਚ ਵਸਾ ਕੇ ਸਾਰਾ ਜੀਵਨ ਤੁਸੀਂ ਇੱਕ ਨੂੰ ਧਿਆਇਆ, ਔਰ ਇੱਕ ਨੂੰ ਧਿਆ ਕੇ ਜਿੱਥੇ ਤੁਸੀਂ ਇਹ ਬਖਸ਼ਿਸ਼ਾਂ ਲਈਆਂ, ਉੱਥੇ ਤੈਂ ਹਰ ਪ੍ਰੇਮ ਪਦਾਰਥ ਪਾਇਓ। ਤੁਸੀਂ ਹਰੀ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਜਿਹੜਾ ਸੀ ਉਹ ਪਾ ਲਿਆ, ਤੇ ਜਿਹਦੇ ਕੋਲ ਪ੍ਰੇਮ ਦਾ ਪਦਾਰਥ ਹੋਏਗਾ ਉਹਦੇ ਕੋਲ ਕਦੀ ਨਫ਼ਰਤ ਨਹੀਂ ਹੋਏਗੀ। ਜਿਹਦੇ ਕੋਲ ਪ੍ਰੇਮ ਦਾ ਪਦਾਰਥ ਹੋਏਗਾ ਉਹਦੇ ਕੋਲ ਹੰਕਾਰ ਨਹੀਂ ਹੋਏਗਾ। ਪ੍ਰੇਮ ਜਿਹਦੇ ਵਿੱਚ ਮੈਂ ਨੂੰ ਪਰੇ ਕਰ ਦੇਣਾ ਹੁੰਦਾ ਹੈ। ਪ੍ਰੇਮ ਦੀ ਅਵਸਥਾ ਬਣਦੀ ਉਦੋਂ ਹੈ, ਪ੍ਰੀਤ ਹੋਵੇ, ਪਿਆਰ ਹੋਵੇ, ਪ੍ਰੇਮ ਹੋਵੇ, ਇਹ ਉਦੋਂ ਹੀ ਹੁੰਦਾ ਜਦੋਂ ਅੰਦਰੋਂ ਹੰਕਾਰ ਨਿਕਲ ਜਾਏ। ਹੰਕਾਰੀ ਬੰਦੇ ਅੰਦਰ ਕਦੇ ਪ੍ਰੇਮ ਦਾ ਗੁਣ ਨਹੀਂ ਹੁੰਦਾ, ਕਦੇ ਵੀ ਉਹਦੇ ਅੰਦਰ ਸੱਚੀ ਪ੍ਰੀਤ ਦੀ ਭਾਵਨਾ ਨਹੀਂ ਹੁੰਦੀ ਹੈ। ਜਿਹਦੇ ਅੰਦਰ ਹੰਕਾਰ ਹੁੰਦਾ ਹੈ, ਜਿਹਦੇ ਅੰਦਰ ਮੈਂ ਹੋਵੇ, ਤੇ ਜਿਹਦੇ ਅੰਦਰ ਮੈਂ ਕਿ ਮੈਂ ਆ ਹਾਂ, ਮੈਂ ਉਹ ਹਾਂ, ਮੈਂ ਏਡਾ ਵੱਡਾ ਮੈਂ ਹਾਂ, ਉਹ ਕਦੇ ਚਾਹੁੰਦਾ ਵੀ ਮੇਰੇ ਤੋਂ ਅੱਗੇ ਵੀ ਕੋਈ ਹੋਵੇ, ਮੇਰੇ ਤੋਂ ਵੱਡਾ ਵੀ ਕੋਈ ਹੋਵੇ, ਕਦੇ ਨਹੀਂ ਚਾਹੁੰਦਾ ਉਹ। ਇਸ ਲਈ ਗੁਰੂ ਰਾਮਦਾਸ ਜੀ ਭੱਟ ਕਲ ਜੀ ਉਚਾਰਨ ਕਰਦੇ ਨੇ ਕਿ ਤੁਸੀਂ ਹਰੀ ਦੇ ਪ੍ਰੇਮ ਵਾਲਾ ਪਦਾਰਥ ਜਿਹੜਾ ਸੀ ਉਹ ਤੁਸੀਂ ਪ੍ਰਾਪਤ ਕਰ ਲਿਆ, ਜਿਹਦੇ ਨਾਲ ਤੁਹਾਡੇ ਹਿਰਦੇ ਦੇ ਵਿੱਚ ਪ੍ਰੇਮ ਦਾ ਰਸ ਭਰਿਆ ਪਿਆ ਹੈ। ਜਿਹੜਾ ਵੀ ਤੁਹਾਡੇ ਦਰ ਤੇ ਆ ਜਾਂਦਾ ਹੈ, ਤੁਸੀਂ ਪ੍ਰੇਮ ਦਾ ਪਦਾਰਥ ਹੀ, ਕਿਉਂਕਿ ਜੋ ਭਾਂਡੇ ਵਿੱਚ ਹੋਏਗਾ ਉਹੀ ਦਿੱਤਾ ਜਾਣਾ ਹੈ।
ਜਿਹੜਾ ਪਦਾਰਥ ਤੁਹਾਡੇ ਕੋਲ ਹੋਏਗਾ ਉਹੀ ਤੁਸੀਂ ਪਦਾਰਥ ਦੇ ਸਕਦੇ ਹੋ। ਜਿਹੜਾ ਤੁਹਾਡੇ ਕੋਲ ਹੈ ਹੀ ਨਹੀਂ ਤੁਸੀਂ ਕਿੱਦਾਂ ਦੇ ਦਿਓਗੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪ੍ਰੇਮ ਦਾ ਪਦਾਰਥ ਮਿਲਦਾ ਹੈ, ਨਾਮ ਦਾ ਨਹੀਂ ਮਿਲਦਾ। ਸੌਰੀ, ਮਾਫ ਕਰਨਾ, ਹੰਕਾਰ ਦਾ, ਨਫ਼ਰਤ ਦਾ, ਈਰਖਾ ਦਾ ਪਦਾਰਥ ਨਹੀਂ ਮਿਲਦਾ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਪ੍ਰੇਮ ਦਾ ਪਹਾੜਾ ਪੜ੍ਹਾਉਂਦੇ ਨੇ, ਨਫ਼ਰਤ ਦਾ ਨਹੀਂ ਪੜ੍ਹਾਉਂਦੇ। ਕਿਸੇ ਨਾਲ ਈਰਖਾ ਕਰਨੀ ਜਾਂ ਕਿਸੇ ਨਾਲ ਨਫ਼ਰਤ ਕਰਨੀ ਸਾਨੂੰ ਨਹੀਂ ਸਿਖਾਉਂਦੇ, ਸਗੋਂ ਗੁਰੂ ਸਾਹਿਬ, ਕਿਉਂਕਿ ਅੱਜ ਸਾਡਾ ਅਧਿਆਪਕ ਕੌਣ ਹੈ? ਅੱਜ ਜਿਹੜਾ ਸਾਡਾ ਟੀਚਰ ਹੈ ਉਹ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਿਆਰਥੀ ਬਣ ਕੇ ਸਿੱਖਿਆ ਲੈਣੀ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਵੀ ਐਸੀ ਸਿੱਖਿਆ ਨਹੀਂ ਜਿਹੜੀ ਸਾਡੇ ਅੰਦਰ ਕਿਸੇ ਪ੍ਰਤੀ ਨਫ਼ਰਤ ਪੈਦਾ ਕਰੇ, ਕਿਸੇ ਦੇ ਪ੍ਰਤੀ ਈਰਖਾ ਪੈਦਾ ਕਰੇ, ਜਾਂ ਕੋਈ ਵੀ ਐਸੀ ਸਿੱਖਿਆ ਨਹੀਂ ਜਿਹਦੇ ਨਾਲ ਅੰਦਰ ਹੰਕਾਰ ਆਉਂਦਾ ਹੋਵੇ। ਹਾਂ, ਇਹ ਸਿੱਖਿਆਵਾਂ ਤੇ ਨੇ ਕਿ ਤੇਰੇ ਅੰਦਰੋਂ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ, ਹਮਕੋ ਬਨ ਆਈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆ ਰਹੀ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਕਦੇ ਕਿਸੇ ਦਾ ਬੁਰਾ ਨਹੀਂ ਤੱਕਦਾ, ਉਹ ਤੇ ਫਿਰ ਸਭਨਾਂ ਦਾ ਭਲਾ ਹੀ ਮੰਗਦਾ ਹੈ। ਜਿਹਨੂੰ ਪ੍ਰੇਮ ਦਾ ਪਦਾਰਥ ਪ੍ਰਾਪਤ ਹੋ ਜਾਏ। ਗੁਰੂ ਰਾਮਦਾਸ ਮਹਾਰਾਜ ਜੀਓ, ਇਹੀ ਕਾਰਨ ਹੈ ਕਿ ਤੁਹਾਡੇ ਘਰ ਵਿੱਚ ਹਰ ਧਰਮ ਤੇ ਵਰਗ ਦੇ ਪ੍ਰਾਣੀ ਆਉਂਦੇ ਨੇ, ਹਰ ਮੁਲਕ, ਹਰ ਦਿਸ਼ਾ ਦੇ ਰਹਿਣ ਵਾਲੇ ਲੋਕ ਤੁਹਾਡੇ ਦਰ ਤੇ ਆਉਂਦੇ ਨੇ, ਔਰ ਤੁਸੀਂ ਜਿਹੜਾ ਪ੍ਰੇਮ ਦਾ ਪਦਾਰਥ ਪਾਇਆ ਉਹੀ ਤੁਸੀਂ ਆਉਣ ਵਾਲਿਆਂ ਦੀ ਝੋਲੀ ਵਿੱਚ ਪ੍ਰੇਮ ਦਾ ਪਦਾਰਥ ਪਾ ਰਹੇ ਹੋ। ਤੋ ਭੱਟ ਕੱਲ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ, ਤੁਸੀਂ ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਤਾਂ ਪ੍ਰਾਪਤ ਕੀਤੀਆਂ ਕਿਉਂਕਿ ਗੁਰੂ ਰਾਮਦਾਸ ਕੱਲ ਉਚਰੈ। ਭੱਟ ਕੱਲ ਜੀ ਉਚਾਰਨ ਕਰਦਿਆਂ ਕਹਿ ਰਹੇ ਨੇ, ਤੈ ਹਰ ਪ੍ਰੇਮ ਪਦਾਰਥ ਪਾਇਓ। ਤੁਸੀਂ ਪ੍ਰੇਮ ਦਾ ਪਦਾਰਥ ਗੁਰੂ ਅਮਰਦਾਸ ਜੀ ਦੇ ਘਰ ਵਿੱਚੋਂ ਪ੍ਰਾਪਤ ਕੀਤਾ। ਪ੍ਰੇਮ ਭਗਤ ਪਰਵਾਹ, ਪ੍ਰੀਤ ਪੁਬਲੀ ਨਾ ਹੁਟੇ। ਹੁਣ ਜਦੋਂ ਪ੍ਰੇਮ ਦਾ ਪਦਾਰਥ ਪਾ ਲਿਆ, ਫਿਰ ਕੀ ਹੋਇਆ? ਪ੍ਰੇਮ ਭਗਤ ਪਰਵਾਹ। ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਤੁਹਾਡੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲਦਾ ਪਿਆ। ਤੁਹਾਡੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲਦਾ ਪਿਆ ਹੈ। ਜਿਹੜੀ ਪ੍ਰੀਤ ਤੁਸੀਂ ਗੁਰੂ ਅਮਰਦਾਸ ਜੀ ਦੇ ਦਰ ਤੇ ਆ ਕੇ ਉਸ ਕਰਤੇ ਪੁਰਖ ਅਕਾਲ ਪੁਰਖ ਉਹਦੇ ਨਾਮ ਦੇ ਨਾਲ ਪਾ ਲਈ ਹੈ ਨਾ, ਉਹ ਹੁਣ ਐਸੀ ਪ੍ਰੀਤ ਹੈ ਕਿ ਜਿਹੜੀ ਘਟਦੀ ਨਹੀਂ ਪਈ, ਜਿਹੜੀ ਮੁੱਕਦੀ ਹੋਈ ਨਹੀਂ ਪਈ। ਦੁਨੀਆ ਦਾ ਪਿਆਰ ਤਾਂ ਅਸੀਂ ਵੇਖ ਹੀ ਰਹੇ ਹਾਂ, ਦਿਨੋਂ ਦਿਨ ਘਟਦਾ ਜਾ ਰਿਹਾ, ਮੁੱਕਦਾ ਜਾ ਰਿਹਾ। ਸਾਡੇ ਅੰਦਰ ਇਨਸਾਨੀਅਤ ਦੇ ਪ੍ਰਤੀ ਆਪਾਂ ਵੇਖੀਏ ਤੇ ਇਨਸਾਨ ਦਾ ਇਨਸਾਨ ਪ੍ਰਤੀ ਕਿੰਨਾ ਕੁ ਪਿਆਰ ਰਹਿ ਗਿਆ। ਅੱਜ ਜੇ ਸਭ ਤੋਂ ਵੱਡਾ ਕੋਈ ਦੁਸ਼ਮਣ ਹੈ ਤੇ ਇਨਸਾਨ ਦਾ ਇਨਸਾਨ ਹੀ ਦੁਸ਼ਮਣ ਹੈ। ਪਹਿਲੇ ਡਰ ਲੱਗਦਾ ਹੁੰਦਾ ਸੀ ਕਿਸੇ ਜਾਨਵਰ ਤੋਂ, ਕਿਸੇ ਭਿਆਨਕ ਜ਼ਹਿਰੀਲੇ ਕੀੜੇ, ਕਿਸੇ ਸੱਪ ਤੋਂ, ਕਿਸੇ ਅਜਗਰ ਤੋਂ ਡਰ ਲੱਗਦਾ ਸੀ। ਅੱਜ ਅਸੀਂ ਇਹ ਸਾਰੇ ਪਾਲ ਕੇ ਰੱਖੇ ਹੋਏ ਨੇ ਤੇ ਇਨਸਾਨ ਤੋਂ ਡਰ ਲੱਗਦਾ ਹੈ। ਅਸੀਂ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਵੀ ਪਾਲ ਲਏ, ਜ਼ਹਿਰੀਲੇ ਤੋਂ ਜ਼ਹਿਰੀਲੇ ਜਿਹੜੇ ਕੱਟਣ ਵਾਲੇ ਕੀੜੇ ਜੀਵ ਜੰਤੂ ਉਹ ਸਾਰੇ ਹੀ ਅਸੀਂ ਪਾਲਤੂ ਬਣਾ ਲਏ। ਬੜੇ ਬੜੇ ਮਗਰ ਮੱਛ ਵੀ ਅਸੀਂ ਕਾਬੂ ਕਰ ਲਏ। ਪਰ ਜੇ ਸਭ ਤੋਂ ਵੱਡਾ ਦੁਸ਼ਮਣ ਅੱਜ ਹੈ ਇਨਸਾਨ ਦਾ, ਇਨਸਾਨ ਹੀ ਦੁਸ਼ਮਣ ਹੈ। ਸਾਡਾ ਆਪਸ ਦੇ ਵਿੱਚ ਪਿਆਰ ਕਿੰਨਾ ਕੁ ਰਹਿ ਗਿਆ? ਪਰਿਵਾਰਕ ਤੌਰ ਤੇ ਹੀ ਵੇਖ ਲਓ, ਸਮਾਜਿਕ ਤੌਰ ਤੇ ਵੇਖ ਲਓ, ਕਿੰਨੇ ਕੁ ਰਿਸ਼ਤਿਆਂ ਦੇ ਵਿੱਚ ਆਪਸੀ ਮਿਲਵਰਤਨ ਤੇ ਪਿਆਰ ਦੀ ਭਾਵਨਾ ਰਹਿ ਗਈ। ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ। ਦਿਨੋਂ ਦਿਨ ਜਿਹੜਾ ਇਹ ਪਿਆਰ ਸਾਡੇ ਦਿਲਾਂ ਵਿੱਚੋਂ ਮੁੱਕਦਾ ਜਾ ਰਿਹਾ, ਕਿਉਂਕਿ ਅਸੀਂ ਮਾਇਆ ਨਾਲ ਹੀ ਇੰਨਾ ਪਿਆਰ ਕਰ ਲਿਆ। ਅਸੀਂ ਕਹਿੰਦੇ ਆ ਵੀ ਸਾਡਾ ਮਾਈ ਬਾਪ ਹੀ ਇਹ ਹੈ, ਸਾਡਾ ਭੈਣ ਭਰਾ ਧੀ ਪੁੱਤ ਸਭ ਕੁਝ ਇਹੀ ਹੈ, ਬਸ ਸਾਨੂੰ ਤਾਂ ਮਾਇਆਵੀ ਪਦਾਰਥ ਚਾਹੀਦੇ ਆ ਕਿਉਂਕਿ ਇਹੀ ਸਾਡਾ ਪਰਿਵਾਰ ਹੈ। ਤੇ ਜੇ ਅਸੀਂ
ਇਹਦੇ ਨਾਲ ਮੋਹ ਪਿਆਰ ਨਾ ਪਾਇਆ ਹੁੰਦਾ ਤੇ ਕਦੀ ਭਰਾ ਦੇ ਹੱਥੋਂ ਭਰਾ ਦਾ ਕਤਲ ਨਹੀਂ ਸੀ ਹੋਣਾ। ਕਦੇ ਵੀ ਧੀਆਂ ਪੁੱਤਰਾਂ ਦੇ ਹੱਥੋਂ ਮਾਪੇ ਨਹੀਂ ਸੀ ਮਾਰੇ ਜਾਣੇ। ਕਦੇ ਵੀ ਆਪਸ ਦੇ ਵਿੱਚ ਨਫ਼ਰਤ ਨਹੀਂ ਸੀ ਪੈਦਾ ਹੋਣੀ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ 1 ਇੰਚ ਜ਼ਮੀਨ ਜੇ ਭਰਾ ਦੇ ਹਿੱਸੇ ਆ ਗਈ ਤੇ ਦੂਜੇ ਨੇ ਗੁੱਸੇ 'ਚ ਆ ਕੇ ਉਹਦਾ ਸਿਰ ਹੀ ਲਾਤਾ, ਉਹਦਾ ਕਤਲ ਹੀ ਕਰ ਦਿੱਤਾ ਵੀ ਤੂੰ 1 ਇੰਚ ਜ਼ਮੀਨ ਮੇਰੇ ਹਿੱਸੇ ਦੀ ਤੂੰ ਕੌਣ ਹੁੰਦਾ ਲੈਣ ਵਾਲਾ। ਹਾਲਾਂਕਿ ਇੱਕੋ ਹੀ ਮਾਤਾ ਜੀ ਦੀ ਕੁੱਖ 'ਚੋਂ ਦੋਵੇਂ ਜਨਮ ਲੈ ਕੇ ਇੱਕੋ ਹੀ ਸੀਨੇ ਦੇ ਨਾਲ ਲੱਗ ਕੇ ਪਲੇ ਨੇ, ਇੱਕੋ ਹੀ ਘਰ ਵਿੱਚ ਪਾਲਣ ਪੋਸ਼ਣ ਹੋਇਆ, ਇੱਕੋ ਹੀ ਸਕੂਲ ਵਿੱਚ ਜਾ ਕੇ ਪੜ੍ਹ ਲਿਖ ਕੇ ਹੱਸਦੇ ਖੇਡਦੇ ਰਹੇ। ਅੱਜ 1 ਇੰਚ ਇੱਧਰ ਹੋ ਗਿਆ ਤੇ ਕਤਲ ਕਰ ਦਿੱਤਾ। ਕਿੱਥੇ ਰਹਿ ਗਿਆ ਪਿਆਰ, ਆਪਸ ਵਿੱਚ ਭਰਾਵਾਂ ਦਾ ਪਿਆਰ? ਕਿਉਂਕਿ ਇਹ ਮੋਹ ਮਾਇਆ ਦੇ ਜਿਹਨੇ ਸਾਨੂੰ ਆਪਣੀ ਲਪੇਟ ਵਿੱਚ ਲੈ ਲਿਆ ਨਾ, ਸਾਡਾ ਮਾਈ ਬਾਪ ਇਹੀ ਬਣ ਗਿਆ। ਅਸੀਂ ਕਹਿੰਦੇ ਆ ਵੀ ਮਾਂ-ਬਾਪ ਕੋਲ ਸਾਡੇ ਹੋਣ ਨਾ ਹੋਣ ਪਰ ਧਨ ਹੋਣਾ ਚਾਹੀਦਾ ਹੈ, ਭੈਣ ਭਰਾ ਹੋਵੇ ਨਾ ਹੋਵੇ ਪਰ ਧਨ ਹੋਣਾ ਚਾਹੀਦਾ ਹੈ। ਅਸੀਂ ਸਭ ਕੁਝ ਇਹਨੂੰ ਹੀ ਬਣਾ ਲਿਆ। ਜਿੱਥੇ ਅਸੀਂ ਆਪਣੇ ਰਿਸ਼ਤਿਆਂ ਦਾ ਪਿਆਰ ਮੁਕਾ ਲਿਆ ਨਾ, ਮਾਫ ਕਰਨਾ, ਉੱਥੇ ਸਾਡੇ ਅੰਦਰ ਰੱਬ ਦਾ ਪਿਆਰ ਵੀ ਮੁੱਕ ਗਿਆ, ਘਟ ਗਿਆ। ਸਾਡੇ ਅੰਦਰ ਗੁਰੂ ਪ੍ਰਤੀ ਜਿਹੜਾ ਪਿਆਰ ਹੋਣਾ ਚਾਹੀਦਾ ਸੀ ਉਹ ਵੀ ਅਸੀਂ ਮੁਕਾ ਦਿੱਤਾ, ਕਿਉਂਕਿ ਸਾਨੂੰ ਮਾਇਆ ਦੇ ਪਦਾਰਥਾਂ ਤੋਂ ਸਿਵਾ ਦਿਸਦਾ ਹੀ ਕੁਝ ਨਹੀਂ ਪਿਆ। ਅਸੀਂ ਭੁੱਲ ਗਏ ਗੁਰੂ ਸਾਹਿਬ ਦੀਆਂ ਕੁਰਬਾਨੀਆਂ, ਜੋ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕਰਨ ਵਾਸਤੇ, ਖਾਲਸ ਰੂਪ ਦੇਣ ਵਾਸਤੇ, ਤਨ ਔਰ ਮਨ ਕਰਕੇ ਆਜ਼ਾਦੀ ਦੇਣ ਵਾਸਤੇ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ, ਉਹ ਅਸੀਂ ਭੁਲਾ ਕੇ ਮਾਇਆਵੀ ਰੰਗਾਂ 'ਚ ਰੰਗੇ ਹੋਏ ਹਾਂ। ਜੋ ਸਾਡੇ ਜਿਹੜੇ ਵੱਡੇ ਵਡੇਰੇ ਜਿਹੜੇ ਸਾਡੇ ਹੋਏ, ਕੋਈ ਚਰਖੜੀ ਤੇ ਚੜਿਆ, ਕੋਈ ਫਾਂਸੀ ਤੇ ਚੜਿਆ, ਕੋਈ ਜਿਹੜਾ ਉਹ ਆਪਣਾ ਖੋਪਰ ਲਵਾਰਿਆ, ਸਾਡੇ ਜਿਹੜੇ ਸਾਹਿਬਜ਼ਾਦੇ ਨੀਹਾਂ ਵਿੱਚ ਖਲੋ ਕੇ ਜਿਹੜੇ ਆਪਣੇ ਆਪ ਨੂੰ ਜਿਉਂਦੇ ਨੂੰ ਚਿਣਾ ਰਹੇ ਨੇ, ਅਸੀਂ ਸਭ ਕੁਝ ਭੁਲਾ ਕੇ ਸਿਰਫ ਇੱਕ ਮਾਇਆ ਦੀ ਖੇਡ ਜਿਹੜੀ ਹੈ ਇਹਦੇ ਵਿੱਚ ਗਲਤਾਨ ਹੋਏ ਪਏ ਆ। ਤੇ ਸਾਡਾ ਸਾਹਿਬਜ਼ਾਦਿਆਂ ਪ੍ਰਤੀ ਕਿੰਨਾ ਕੁ ਪਿਆਰ ਹੈ, ਸਾਡਾ ਗੁਰੂ ਸਾਹਿਬ ਦੇ ਪ੍ਰਤੀ ਕਿੰਨਾ ਕੁ ਪਿਆਰ ਸਾਡੇ ਦਿਲਾਂ ਦੇ ਵਿੱਚ। ਜਿਨ੍ਹਾਂ ਦੇ ਹੈ ਮੁਬਾਰਕ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਮੁਬਾਰਕ ਹੈ। ਪਰ ਬਹੁਤਾਤ ਵਿੱਚ ਅਸੀਂ ਵੇਖ ਰਹੇ ਹਾਂ ਕਿ ਸਾਡਾ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ, ਆਪਣੇ ਪੁੱਤਰ ਵਾਰ ਕੇ, ਆਪਣਾ ਆਨੰਦਪੁਰ ਸਾਹਿਬ ਛੱਡ ਕੇ ਸਾਨੂੰ ਆਜ਼ਾਦੀਆਂ, ਸਰਦਾਰੀਆਂ, ਸਿੱਖੀ ਦੀ ਦਾਤ ਦਿੱਤੀ ਤੇ ਅੱਜ ਸਾਨੂੰ ਆਪਣਾ ਫਿਕਰ ਹੈ, ਸਿੱਖੀ ਦੀ ਪਰਵਾਹ ਹੀ ਕੋਈ ਨਹੀਂ। ਇਹ ਸਾਡਾ ਦੁਖਾਂਤ ਹੈ, ਕਿਉਂਕਿ ਅਸੀਂ ਮਾਇਆਵੀ, ਅਸੀਂ ਕਹਿੰਦੇ ਅਸੀਂ ਕੀ ਲੈਣਾ ਸਿੱਖੀ ਤੋਂ, ਅਸੀਂ ਕੀ ਲੈਣਾ ਗੁਰੂ ਤੋਂ, ਗੁਰਬਾਣੀ ਤੋਂ ਕੀ ਲੈਣਾ। ਅਸੀਂ ਤੇ ਆਪਣੇ ਮਾਇਆਵੀ ਪਦਾਰਥ ਜਿਹੜੇ ਇਹ ਹੀ ਇਕੱਠੇ ਕਰਨੇ ਨੇ। ਪਰ ਜੇ ਗੁਰੂ ਸਾਹਿਬ ਵੀ ਸੋਚ ਲੈਂਦੇ ਵੀ ਆਪਾਂ ਕੀ ਕਰਨਾ ਹੈ ਸਿੱਖੀ ਦਾ ਬੂਟਾ ਲਾ ਕੇ, ਔਰ ਇਸ ਸਿੱਖੀ ਦੇ ਬੂਟੇ ਨੂੰ ਗੁਰੂ ਅਰਜਨ ਦੇਵ ਜੀ ਤੁਸੀਂ ਆਪਣਾ ਲਹੂ ਜਿਹੜਾ ਹੈ ਉਹ ਪਾ ਕੇ ਇਸ ਸਿੱਖੀ ਦੇ ਬੂਟੇ ਨੂੰ ਵਧਾਉਂਦੇ ਪਏ ਹੋ। ਇਹਨੂੰ ਫਲਦਾਰ ਕਰਨ ਲਈ, ਰਸ ਇਹਦੇ 'ਚ ਭਰਨ ਲਈ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਸਾਰਾ ਪਰਿਵਾਰ ਆਪਣਾ ਵਾਰਦੇ ਪਏ ਹੋ। ਕੀ ਲੋੜ ਪਈ ਹੈ? ਕਿਉਂਕਿ ਸਾਡੇ ਅੰਦਰ ਮਾਇਆਵੀ ਪਦਾਰਥਾਂ ਦਾ ਪਿਆਰ ਵੱਧ ਗਿਆ ਤੇ ਗੁਰੂ ਪ੍ਰਤੀ, ਗੁਰੂ ਸਿੱਖੀ ਪ੍ਰਤੀ ਸਾਡਾ ਪਿਆਰ ਜਿਹੜਾ ਸੀ ਉਹ ਘਟ ਗਿਆ। ਰਾਤ ਇਤਿਹਾਸ ਵਿੱਚ ਜ਼ਿਕਰ ਚੱਲਿਆ ਕਿ 5 ਤਰ੍ਹਾਂ ਦੇ ਸਿੱਖ ਹੁੰਦੇ ਨੇ, 5 ਸ਼੍ਰੇਣੀ ਦੇ। ਇੱਕ ਉਹ ਹੁੰਦੇ ਨੇ ਜਿਹੜਾ ਦੇਖਾ ਦੇਖੀ ਆਉਂਦੇ ਨੇ, ਗੁਰੂ ਪ੍ਰਤੀ ਪਿਆਰ ਨਹੀਂ ਹੁੰਦਾ, ਸਿਰਫ ਦੇਖਾ ਦੇਖੀ। ਇੱਕ ਉਹ ਹੁੰਦੇ ਨੇ ਜਿਹੜੇ ਸਿਰਫ ਮਾਇਆਵੀ ਪਦਾਰਥ ਹੀ ਮੰਗਣ ਆਉਂਦੇ ਨੇ, ਹੋਰ ਉਹਨਾਂ ਨਾਲ ਗੁਰੂ ਨਾਲ ਕੋਈ ਮਤਲਬ ਨਹੀਂ, ਸਿਰਫ ਮਾਇਆਵੀ ਪਦਾਰਥ ਹੀ ਮੰਗਣ ਆਉਂਦੇ ਨੇ। ਇੱਕ ਉਹ ਨੇ ਜਿਹੜੇ ਈਰਖਾ ਵਸ ਹੋ ਕੇ ਆਉਂਦੇ ਨੇ, ਔਰ ਇੱਕ ਉਹ ਨੇ ਜਿਹੜੇ ਸਿਦਕਵਾਨ, ਸਿਦਕ ਰੱਖ ਕੇ, ਇੱਕ ਉਹ ਨੇ ਜਿਹੜੇ ਪਿਆਰ ਤੇ ਭਾਵਨਾ ਵਿੱਚ ਭਿੱਜੇ ਆਉਂਦੇ ਨੇ। ਜਿਹੜੇ ਸਿਦਕ ਵਾਲੇ ਤੇ ਪਿਆਰ ਭਾਵਨਾ ਵਾਲੇ ਆਉਂਦੇ ਨੇ ਨਾ, ਉਹਨਾਂ ਦਾ ਗੁਰੂ ਨਾਲ ਇੰਨਾ ਪਿਆਰ ਹੁੰਦਾ ਹੈ, ਉਹ ਕਹਿੰਦੇ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਕਿੰਨਾ ਪਿਆਰ ਸੀ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਦਾ। ਕਹਿੰਦੇ ਸਾਨੂੰ ਆਪਣੀ ਪਰਵਾਹ ਨਹੀਂ ਹੈ, ਆਰੇ ਨਾਲ ਚੀਰਨਾ ਚੀਰ ਦਿਓ, ਸਾਨੂੰ ਆਪਣੀ ਪਰਵਾਹ ਨਹੀਂ ਹੈ। ਸਾਡਾ ਪਿਆਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੈ। ਤੁਸੀਂ ਰੂਹ ਵਿੱਚ ਲਪੇਟ ਕੇ ਅੱਗ ਵਿੱਚ ਸਾੜਨਾ, ਸਾੜ ਦਿਓ।
ਤੁਸੀਂ ਉਬਲਦੇ ਪਾਣੀ ਵਿੱਚ ਬਿਠਾਉਣਾ, ਬਿਠਾ ਦਿਓ, ਪਰ ਸਾਡਾ ਮੁੱਖ ਗੁਰੂ ਵੱਲ ਰੱਖਿਓ। ਅਸੀਂ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ ਆਂ, ਸ਼ਹੀਦੀ ਪਾਉਣਾ ਚਾਹੁੰਦੇ ਆਂ। ਕਿੰਨਾ ਪਿਆਰ ਸੀ ਇਹਨਾਂ ਦਾ ਗੁਰੂ ਨਾਲ। ਇਸ ਲਈ ਕਹਿ ਰਹੇ ਨੇ ਗੁਰੂ ਰਾਮਦਾਸ ਜੀ, ਜਿਹੜਾ ਪ੍ਰੇਮ ਦਾ ਪਦਾਰਥ ਤੁਸੀਂ ਪ੍ਰਾਪਤ ਕੀਤਾ ਹੈ ਨਾ, ਪ੍ਰੇਮ ਭਗਤ ਪਰਵਾਹ, ਤੁਹਾਡੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲਦਾ ਪਿਆ ਹੈ। ਇੰਨਾ ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲਦਾ ਹੈ ਕਿ ਪ੍ਰੀਤ ਪੁਬਲੀ ਨਾ ਹੁਟਏ। ਹੁਟਏ ਦਾ ਅਰਥ ਹੁੰਦਾ ਘਟਦੀ ਨਹੀਂ ਪਈ, ਦਿਨੋਂ ਦਿਨ ਪ੍ਰੀਤ ਵੱਧ ਰਹੀ ਹੈ, ਦਿਨੋਂ ਦਿਨ ਪਿਆਰ ਵੱਧ ਰਿਹਾ। ਕਹਿੰਦੇ ਸਤਿਗੁਰੂ ਜੀ, ਇਹ ਜਿਹੜੀ ਪੁਬਲੀ, ਪੁਬਲੀ ਦਾ ਅਰਥ ਹੁੰਦਾ ਪੂਰਬਲੀ ਪ੍ਰੀਤ ਜਿਹੜੀ ਤੁਸੀਂ ਪਾਈ। ਪੂਰਬਲੀ ਦਾ ਥੋੜਾ ਧਿਆਨ ਲਾ ਕੇ ਸਮਝ ਲੈਣਾ। ਪਹਿਲਾ ਨਾਮ ਸੀ ਭਾਈ ਜੇਠਾ, ਹੁਣ ਨਾਮ ਹੈ ਗੁਰੂ ਰਾਮਦਾਸ। ਇਹਦਾ ਮਤਲਬ ਜਦੋਂ ਤੁਸੀਂ ਜੇਠਾ ਜੀ ਦੇ ਰੂਪ ਵਿੱਚ ਸੀ, ਉਹ ਤੁਹਾਡਾ ਪੂਰਬਲਾ ਪਿਆਰ ਸੀ, ਉਹ ਤੁਹਾਡਾ ਪੂਰਬਲਾ ਪਿਆਰ ਸੀ। ਜਦੋਂ ਤੁਸੀਂ ਦੇਖੋ, ਅਸੀਂ ਆਏ ਗੁਰੂ ਸਾਹਿਬ ਦੇ ਦਰ ਤੇ, ਸਾਡਾ ਜੀਵਨ 10 ਸਾਲ 5 ਸਾਲ 2 ਸਾਲ ਪਹਿਲਾਂ ਜਿੰਨੇ ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ, ਉਦੋਂ ਸਾਡਾ ਜੀਵਨ ਹੋਰ ਸੀ, ਅੱਜ ਸਾਡਾ ਜੀਵਨ ਹੋਰ ਹੈ। ਇਹਦਾ ਮਤਲਬ ਉਦੋਂ ਸਾਡਾ ਜਨਮ ਹੋਰ ਸੀ, ਅੱਜ ਜਨਮ ਸਾਡਾ ਹੋਰ ਹੈ। ਤਾਂ ਹੀ ਤਾਂ ਖੰਡੇ ਦੀ ਪੌਲ ਜਦੋਂ ਲੈਂਦੇ ਆ, ਕਹਿੰਦੇ ਆ ਵੀ ਅੱਜ ਤੋਂ ਸਾਡਾ ਜਿਹੜਾ ਉਹ ਸਾਡਾ ਜਨਮ ਅਸਥਾਨ ਆਨੰਦਪੁਰ ਸਾਹਿਬ ਹੈ। ਇਹਦਾ ਮਤਲਬ ਪਹਿਲਾ ਜਨਮ ਖਤਮ ਹੋ ਗਿਆ, ਇੱਕ ਨਵਾਂ ਜਨਮ ਹੋਇਆ ਹੈ। ਅੱਜ ਤੋਂ ਸਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਸਾਡੀ ਮਾਤਾ ਸਾਹਿਬ ਕੌਰ ਹੈ। ਇਹਦਾ ਮਤਲਬ ਇੱਕ ਨਵਾਂ ਜਨਮ ਹੋਇਆ। ਹੁਣ ਉਹ ਪੂਰਬਲਾ ਜਿਹੜਾ ਤੁਹਾਡਾ ਪਿਆਰ ਸੀ ਭਾਈ ਜੇਠੇ ਦੇ ਰੂਪ ਵਿੱਚ, ਤੁਸੀਂ ਗੁਰੂ ਅਮਰਦਾਸ ਜੀ ਦੇ ਦਰ ਤੇ ਗੋਇੰਦਵਾਲ ਸਾਹਿਬ ਆ ਕੇ ਤੁਸੀਂ ਪ੍ਰੀਤ ਪਾਈ। ਉਹ ਪ੍ਰੀਤ ਜਿਹੜੀ ਪਈ ਸੀ, ਅੱਜ ਗੁਰੂ ਰਾਮਦਾਸ ਜੀ ਦਾ ਰੂਪ ਬਣ ਗਏ। ਉਹ ਪਿਆਰ ਨਹੀਂ ਘਟਦਾ ਪਿਆ, ਉਹ ਸਗੋਂ ਵੱਧਦਾ ਪਿਆ ਦਿਨੋਂ ਦਿਨ। ਤੁਹਾਡੀ ਪ੍ਰੀਤ ਘਟ ਨਹੀਂ ਰਹੀ, ਸਗੋਂ ਦਿਨੋਂ ਦਿਨ ਵੱਧ ਰਹੀ ਹੈ। ਸਤਿਗੁਰ ਸ਼ਬਦ ਅਥਾਹ, ਅਮੇ ਤਾਰਾ ਰਸ ਗੁਟੇ। ਹੁਣ ਪ੍ਰੀਤ ਘਟੇਗੀ ਕਦੋਂ ਤੇ ਵਧੇਗੀ ਕਦੋਂ? ਘਟੇਗੀ ਉਦੋਂ ਜਦੋਂ ਸਾਨੂੰ ਸ਼ਬਦ ਦੀ ਸਮਝ ਨਹੀਂ ਆਏਗੀ, ਸ਼ਬਦ ਦਾ ਰਸ ਨਹੀਂ ਮਿਲੇਗਾ, ਸ਼ਬਦ ਵਿੱਚੋਂ ਸਾਨੂੰ ਮਿਠਾਸ ਨਹੀਂ ਮਿਲੇਗੀ, ਉਦੋਂ ਘਟੇਗੀ। ਤੇ ਜਦੋਂ ਗੁਰਬਾਣੀ ਦੇ ਸ਼ਬਦ ਚੋਂ ਰਸ ਆਉਣ ਲੱਗ ਗਿਆ, ਫਿਰ ਤੁਹਾਡਾ ਚਿੱਤ ਕਰੇਗਾ ਮੈਂ ਸ਼ਬਦ ਛੱਡ ਦਿਆਂ। ਜਿਹੜਾ ਅਭਿਆਸ ਆਪਾਂ ਕਰਦੇ ਆਂ, ਚਿੱਤ ਕਰੇਗਾ। ਕੋਈ ਚੀਜ਼ ਤੁਹਾਨੂੰ ਸਵਾਦ ਲੱਗ ਰਹੀ ਹੈ ਖਾਣ ਵਾਲੀ, ਤੁਸੀਂ ਚਾਹੋਗੇ ਵੀ ਇਹ ਖਤਮ ਹੋ ਜਾਏ, ਤੁਸੀਂ ਕਹੋਗੇ ਨਹੀਂ ਮੈਂ ਇਹਨੂੰ ਸਵਾਦ ਲੈ ਲੈ ਕੇ ਖਾਂਦਾ ਰਵਾਂ, ਇਹਦਾ ਸਵਾਦ ਮੈਨੂੰ ਆਉਂਦਾ ਰਵੇ। ਗੁਰੂ ਰਾਮਦਾਸ ਪਾਤਸ਼ਾਹ ਜੀਓ, ਸਤਿਗੁਰ ਸ਼ਬਦ ਅਥਾਹ, ਜਿਹੜਾ ਸਤਿਗੁਰ ਨੇ ਤੁਹਾਨੂੰ ਗਿਆਨ ਨਾਲ ਭਰਪੂਰ ਸ਼ਬਦ ਦਿੱਤਾ। ਔਰ ਧਿਆਨ ਰੱਖਿਓ, ਗੁਰੂ ਨਾਨਕ ਸਾਹਿਬ ਤੋਂ ਹੀ ਸ਼ਬਦ ਤੁਰਿਆ ਆ ਰਿਹਾ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਹੋਰ ਨਾਲ ਜੋੜਦੇ ਆ ਤੇ ਗੁਰੂ ਅਰਜਨ ਦੇਵ ਜੀ ਹੋਰ ਤੇ ਕਲਗੀਧਰ ਪਾਤਸ਼ਾਹ ਕਿਸੇ ਹੋਰ ਨਾਲ ਜੋੜਦੇ ਆ, ਨਹੀਂ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਸਤਿਗੁਰ ਸ਼ਬਦ ਅਥਾਹ, ਬੜਾ ਡੂੰਘਾ ਬੜਾ ਗਹਿਰਾ ਹੈ ਸ਼ਬਦ, ਜਿਹਦੇ ਵਿੱਚ ਅਥਾਹ ਰਸ ਭਰਿਆ ਪਿਆ। ਉਹ ਰਸ ਜਿਹੜਾ ਕਦੇ ਵੀ ਮੁੱਕਦਾ ਨਹੀਂ, ਉਹ ਮਿਠਾਸ ਜਿਹੜੀ ਕਦੇ ਵੀ ਮੁੱਕਦੀ ਨਹੀਂ। ਸਤਿਗੁਰ ਸ਼ਬਦ ਅਥਾਹ, ਅਮੀਐ ਧਾਰਾ ਰਸ ਗੁਟਏ। ਕਹਿਣ ਲੱਗੇ ਵੀ ਜਿਹੜਾ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਸ਼ਬਦ ਦਿੱਤਾ, ਉਸ ਜਿਹੜਾ ਅਥਾਹ ਸ਼ਬਦ ਸੀ, ਡੂੰਘਾ ਗਹਿਰਾ ਬਖਸ਼ਿਸ਼ਾਂ ਨਾਲ ਭਰਿਆ ਹੋਇਆ, ਤੁਸੀਂ ਉਸ ਸ਼ਬਦ ਨਾਲ ਜੁੜ ਕੇ ਅਮੀਐ ਧਾਰਾ, ਤੁਹਾਡੇ ਅੰਦਰ ਅੰਮ੍ਰਿਤ ਦੀ ਧਾਰਾ ਵਹਿ ਪਈ। ਉਹ ਅੰਮ੍ਰਿਤ ਦੀ ਧਾਰਾ ਤੁਹਾਡੇ ਅੰਦਰ ਚੱਲ ਪਈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਉਹ ਜਿਹੜੀ ਚਿਮ ਚਿਮ ਅੰਮ੍ਰਿਤ ਧਾਰਾ ਤੁਹਾਡੇ ਅੰਦਰ ਚੱਲ ਰਹੀ ਸੀ ਨਾ, ਤੁਸੀਂ ਕੀ ਕੀਤਾ? ਰਸ ਗੁਟਏ। ਤੁਸੀਂ ਉਹਦਾ ਰਸ ਗਟ ਗਟ ਕਰਕੇ ਪੀ ਰਹੇ ਹੋ। ਇੰਨਾ ਪੀ ਰਹੇ ਹੋ ਕਿ ਪ੍ਰੀਤ ਘਟ ਨਹੀਂ ਰਹੀ, ਸਗੋਂ ਦਿਨੋਂ ਦਿਨ ਵੱਧ ਰਹੀ ਹੈ। ਸ਼ਬਦ ਨਾਲ ਹੀ ਤੁਸੀਂ ਇੰਨਾ ਪਿਆਰ ਨਾਲ ਜੁੜ ਗਏ, ਇੰਨੇ ਪ੍ਰੇਮ ਨਾਲ ਜੁੜ ਗਏ ਕਿ ਤੁਹਾਡੇ ਅੰਦਰ ਅਮੀਆਂ ਦੀ ਧਾਰਾ, ਅੰਮ੍ਰਿਤ ਦੀ ਧਾਰਾ ਤੁਹਾਡੇ ਅੰਦਰ ਜਿਹੜੀ ਸੀ ਚੱਲ ਪਈ। ਉਹ ਜਿਹੜੀ ਅੰਮ੍ਰਿਤ ਦੀ ਧਾਰਾ ਚੱਲ ਰਹੀ ਸੀ, ਉਹਦੇ 'ਚ ਜਿਹੜਾ ਰਸ ਸੀ ਉਹ ਤੁਸੀਂ ਗਟ ਗਟ ਕਰਕੇ ਪੀ ਰਹੇ ਹੋ। ਇੰਨਾ ਪਿਆਰ ਨਾਲ ਭਿੱਜ ਕੇ ਪੀ ਰਹੇ ਹੋ ਕਿ ਤੁਹਾਡੇ ਅੰਦਰ ਜਿਹੜੀ ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲਦਾ ਨਾ,
ਉਹ ਕਦੇ ਨਾ ਮੁੱਕਣ ਵਾਲਾ ਹੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਜਦੋਂ ਤੁਸੀਂ ਗੁਰੂ ਅਮਰਦਾਸ ਜੀ ਦੇ ਘਰ ਆਏ, ਪਹਿਲਾਂ ਹੀ ਜ਼ਿਕਰ ਕੀਤਾ ਕਿ ਇੱਕ ਜਨਮ ਦੇਣ ਵਾਲੇ ਸਾਡੇ ਮਾਂ-ਬਾਪ ਨੇ, ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ, ਜਿਨ੍ਹਾਂ ਰਾਹੀਂ ਸਾਡਾ ਜਨਮ ਜਿਹੜਾ ਉਹ ਹੋਇਆ, ਅਸੀਂ ਸਾਡੀ ਇਹ ਬਣਤਰ ਜਿਹੜੀ ਹੈ ਸਰੀਰ ਦੀ ਬਣੀ। ਪਰ ਇੱਕ ਜਨਮ ਸਾਡਾ ਗੁਰੂ ਬਾਬੇ ਨਾਨਕ ਦੇ ਘਰ ਆ ਕੇ ਹੋਣਾ ਹੈ। ਇੱਥੇ ਉਹ ਜਨਮ ਹੋਣਾ ਜਿਹੜਾ ਸਾਨੂੰ ਨਿਰੰਕਾਰ ਨਾਲ ਜੋੜਨਾ ਹੈ। ਇੱਕ ਜਨਮ ਹੋਇਆ, ਉਹ ਜਨਮ ਹੁੰਦਿਆਂ ਸਾਰ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਜਨਮ ਹੁੰਦਿਆਂ ਹੀ ਮਾਇਆ ਦਾ ਪ੍ਰਭਾਵ ਪੈ ਗਿਆ। ਤੁਹਾਡੇ ਨਾਲ ਪਿਛਲੇ ਦਿਨੀ ਜ਼ਿਕਰ ਕੀਤਾ ਸੀ, ਅੱਜ ਦੇ ਬੱਚਿਆਂ ਦਾ ਹਾਲ ਪਤਾ ਕੀ ਹੈ? ਅੱਜ ਦੇ ਬੱਚਿਆਂ ਦਾ ਹਾਲ ਹੈ ਕਿ ਮਾਂ ਭਾਵੇਂ ਕੋਲ ਹੋਵੇ ਨਾ ਹੋਵੇ, ਪਰ ਮੋਬਾਈਲ ਕੋਲ ਹੋਣਾ ਜ਼ਰੂਰੀ ਹੈ। ਮਾਂ ਭਾਵੇਂ ਦਿਸੇ ਨਾ ਦਿਸੇ, ਪਰ ਮੋਬਾਈਲ ਚੱਲਦਾ ਦਿਸਣਾ ਜ਼ਰੂਰੀ ਹੈ। ਅੱਗੇ ਹੁੰਦਾ ਸੀ ਮਾਂ ਨਹੀਂ ਦਿਸਦੀ, ਬੱਚਾ ਰੋਣ ਲੱਗ ਜਾਂਦਾ ਹੈ। ਮਾਂ ਸਾਹਮਣੇ ਨਹੀਂ ਨਜ਼ਰ ਆਈ ਤੇ ਰੋਣ ਲੱਗ ਗਿਆ। ਅੱਜ ਬੱਚਾ ਰੋਂਦਾ, ਮੋਬਾਈਲ ਕੋਲ ਨਾ ਹੋਵੇ, ਚੱਲਦਾ ਨਾ ਹੋਵੇ, ਉਹਦੇ 'ਚ ਕੋਈ ਵੀ ਗਾਣਾ ਗੀਤ ਨਾ ਚੱਲਦਾ ਹੋਵੇ, ਉਹ ਬੱਚਾ ਰੋਣ ਲੱਗ ਜਾਂਦਾ ਹੈ। ਮਾਂ ਭਾਵੇਂ ਕੋਲ ਬੈਠੀ ਹੈ, ਉਹ ਚੁੱਪ ਕਰਾਉਂਦੀ ਹੈ, ਪਰ ਬੱਚਾ ਕਹਿੰਦਾ ਮਾਂ ਤੈਨੂੰ ਨਹੀਂ, ਮੈਂ ਤੇਰੀ ਲੋੜ ਨਹੀਂ, ਮੈਨੂੰ ਤਾਂ ਉਹ ਮੋਬਾਈਲ ਚਾਹੀਦਾ ਹੈ। ਫਿਰ ਇਹ ਮਾਇਆ ਅਮਰ ਵਰਤਾਇਆ ਨਹੀਂ। ਉਸ ਮਾਇਆ ਨੇ ਐਸਾ ਅਮਰ ਆਪਣਾ ਜ਼ੋਰ ਪਾ ਦਿੱਤਾ, ਮਾਪੇ ਵੀ ਨਹੀਂ ਚਾਹੀਦੇ ਹੁਣ ਤਾਂ ਬਸ ਧਨ ਪਦਾਰਥ ਹੀ ਚਾਹੀਦੇ ਨੇ। ਇੱਕ ਉਹ ਜਨਮ ਹੈ ਜਿਹੜਾ ਧਨ ਪਦਾਰਥਾਂ ਦੀ ਖਾਤਰ ਆਪਣੀ ਮਾਂ ਦਾ ਕਤਲ ਵੀ ਕਰ ਦਿੰਦਾ ਹੈ, ਪਿਤਾ ਦਾ ਵੀ ਕਤਲ ਕਰ ਦਿੰਦਾ ਹੈ। ਇੱਕ ਉਹ ਜਨਮ ਹੈ। ਇੱਕ ਆਹ ਜਨਮ ਹੈ ਜਿਹੜਾ ਇੱਥੇ ਆ ਕੇ ਹੋਣਾ। ਇੱਥੇ ਮਾਂ ਤੇ ਪਿਤਾ ਕੌਣ ਹੈ? ਜਿਹੜਾ ਸਤ ਸੰਗਤ ਵਿੱਚ ਬੈਠ ਕੇ ਜਨਮ ਹੋਣਾ ਨਾ, ਜਨਮ ਇੱਥੇ ਪਤਾ ਕਿਹਦਾ ਹੋਣਾ ਹੈ? ਗੋਲੇ ਦਾ ਜਨਮ ਹੋਣਾ ਹੈ। ਇੱਥੇ ਸੇਵਕ ਦਾ ਜਨਮ ਹੋਣਾ ਹੈ। ਇੱਥੇ ਦਾਸ ਦਾ ਜਨਮ ਹੋਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀਓ, ਮਤ ਮਾਤਾ, ਜਿਹੜੀ ਮਤ ਸੀ ਨਾ, ਉਹ ਮਤ ਕੀ ਬਣ ਗਈ? ਮਾਂ। ਸੰਤੋਖ ਪਿਤਾ, ਤੇ ਜਿਹੜਾ ਸੰਤੋਖ ਸੀ ਉਹ ਤੁਹਾਡੇ ਲਈ ਪਿਤਾ ਬਣ ਗਿਆ। ਪਿਤਾ ਸੰਤੋਖ ਤੇ ਮਤ, ਮਾਤਾ ਜਿਹੜੀ ਸੀ ਉਹ ਬਣ ਗਈ ਸਰ ਸਹਿਜ ਸਮਾਇਓ, ਔਰ ਤੁਸੀਂ ਸਹਿਜ ਦੇ ਸਰੋਵਰ ਵਿੱਚ ਲੀਨ ਹੋ ਗਏ। ਤੁਸੀਂ ਸਬਰ ਔਰ ਸੰਤੋਖ ਦੇ ਆਤਮਿਕ ਸਕੂਨ, ਜਿਹੜਾ ਆਤਮਿਕ ਸ਼ਾਂਤੀ ਜਿਹੜੀ ਹੈ, ਉਹਦੇ ਵਿੱਚ ਤੁਸੀਂ ਲੀਨ ਹੋ ਗਏ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਉਹਦੇ ਵਿੱਚ ਵੀ ਇਹ ਮਾਤਾ ਤੇ ਪਿਤਾ ਦੀ ਪੰਕਤੀ ਆਉਂਦੀ ਹੈ। ਕਹਿਣ ਲੱਗੇ ਕਿ ਮੇਰੀ ਜਿਹੜੀ ਮਾਂ ਹੈ ਉਹ ਵੀ ਲਾਲੀ ਹੈ, ਤੇ ਜਿਹੜਾ ਮੇਰਾ ਪਿਤਾ ਹੈ ਉਹ ਵੀ ਲਾਲਾ ਹੈ। ਹੁਣ ਇਸ ਲਾਲੀ ਔਰ ਇਸ ਲਾਲੇ ਵਿੱਚੋਂ ਇਸ ਲਾਲੇ ਦਾ ਜਨਮ ਹੋਇਆ ਹੈ। ਮਾਂ ਲਾਲੀ, ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਕਹਿੰਦੇ ਨੇ ਆ ਜਿਹੜੀ ਮੇਰੀ ਮੱਤ ਹੈ ਨਾ, ਲਾਲੀ ਦਾ ਅਰਥ ਇੱਥੇ ਹੈ ਦਾਸੀ, ਔਰ ਜਿਹੜਾ ਲਾਲਾ ਪਿਤਾ ਹੈ ਉਹਦਾ ਮਤਲਬ ਹੈ ਦਾਸ। ਉਸ ਦਾਸੀ ਔਰ ਦਾਸ, ਸੰਤੋਖ ਤੇ ਮਤ ਵਿੱਚੋਂ ਕਹਿੰਦੇ ਇਸ ਲਾਲੇ ਦਾ ਜਨਮ ਹੋਇਆ, ਜਿਸ ਲਾਲੇ ਨੂੰ ਅੱਜ ਸੁਭਾਗਾ ਕਿਹਾ ਜਾ ਰਿਹਾ ਹੈ, ਜਿਹਨੂੰ ਗੋਲਾ ਕਿਹਾ ਜਾ ਰਿਹਾ ਹੈ। ਮਾਂ ਲਾਲੀ, ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਕਹਿੰਦੇ ਜਾਇਆ ਦਾ ਅਰਥ ਕੀ ਹੈ? ਜੰਮਿਆ। ਆ ਜਿਹੜੇ ਦਾਸ ਦਾ ਜਨਮ, ਗੋਲੇ ਦਾ ਜਨਮ, ਸੇਵਕ ਦਾ ਜਨਮ ਹੋਇਆ, ਉਹ ਇਸ ਮਾਂ-ਬਾਪ ਦੇ ਰਾਹੀਂ ਹੋਇਆ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਵੀ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਆ ਕੇ ਮਤ ਮਾਤਾ, ਆਪਣੀ ਮਤ ਨੂੰ ਮਾਂ ਬਣਾ ਲਿਆ। ਹੁਣ ਮਾਂ ਜੇ ਚੰਗੀ ਹੋਏਗੀ ਤਾਂ ਫਿਰ ਅੱਗੋਂ ਔਲਾਦ ਵੀ ਚੰਗੀ ਹੈ। ਹੁਣ ਸਾਡੀ ਮਤ ਜੇ ਕੁਮਤ ਹੋਏਗੀ ਤੇ ਫਿਰ ਜਿਹੜੇ ਹੁਣ ਗੋਲਾ ਕਿਹਨੇ ਬਣਨਾ ਹੈ? ਧਿਆਨ ਦਿਓ, ਦਾਸ ਸੇਵਕ ਜਨ ਗੋਲਾ, ਇਹ ਕਿਹਨੇ ਬਣਨਾ ਹੈ? ਇਹ ਸਾਡੇ ਮਨ ਨੇ ਬਣਨਾ ਹੈ। ਮਨ ਕੀ ਹੈ? ਇਹਨਾਂ ਦੋਵਾਂ ਦਾ ਪੁੱਤਰ ਹੈ। ਮਤ ਮਾਤਾ ਦਾ, ਪਿਤਾ ਸੰਤੋਖ ਦਾ ਪੁੱਤਰ ਮਨ ਨੇ ਬਣਨਾ ਹੈ। ਮਨ ਨਹੀਂ ਗੋਲਾ ਬਣਨਾ, ਮਨ ਨਹੀਂ ਜਨ ਬਣਨਾ। ਹੁਣ ਮਤ ਜੇ ਕੁਮਤ ਵਾਲੀ, ਭੈੜੀ ਮਤ ਵਾਲੀ ਹੋਏਗੀ ਤੇ ਅੱਗੋਂ ਮਨ ਤੇ ਪ੍ਰਭਾਵ ਕਿਦਾਂ ਦਾ ਪਏਗਾ? ਉਦਾਂ ਦਾ ਹੀ ਪ੍ਰਭਾਵ ਪਏਗਾ। ਜੇ ਮਾਂ ਆਪ ਹੀ, ਮੈਨੂੰ ਮਾਫ ਕਰਿਆ ਜੇ ਉਹ ਆਪ ਹੀ ਜਿਹੜੇ ਨੇ ਬੇਢੰਗੇ ਬਸਤਰ ਪਾਉਣੇ,
ਅੱਧ ਘੜ ਬਸਤਰ ਪਾਉਣੇ, ਤੇ ਅੱਗੋਂ ਫਿਰ ਮਾਂ ਆਪਣੀ ਧੀ ਨੂੰ ਕਿਵੇਂ ਸਮਝਾਏਗੀ? ਜੇ ਉਹ ਆਪ ਹੀ ਫੈਸ਼ਨ ਦੀ ਦੁਨੀਆ ਵਿੱਚ ਰੰਗੀ ਹੋਈ ਮਾਤਾ ਹੈ, ਤੇ ਫਿਰ ਉਹ ਆਪਣੀ ਧੀ ਨੂੰ ਕਿਵੇਂ ਸਮਝਾਏਗੀ ਵੀ ਧੀਏ ਇਸ ਤਰ੍ਹਾਂ ਦਾ ਆਪਣਾ ਆਚਰਣ ਜੀਵਨ ਬਣਾ? ਕਿਉਂਕਿ ਧੀ ਨੇ ਕਹਿਣਾ ਮਾਂ ਤੂੰ ਪਹਿਲਾਂ ਆਪਣੇ ਵੱਲ ਤਾਂ ਵੇਖ। ਪਿਤਾ ਜੇ ਨਸ਼ੇ ਨਾਲ ਵਿੱਚ ਧੁੱਤ ਹੋਏਗਾ, ਵਿਕਾਰੀ ਹੋਏਗਾ, ਉਹ ਪੁੱਤਰ ਨੂੰ ਕਹੇਗਾ ਵੀ ਪੁੱਤਰ ਇਹ ਕੰਮ ਏਦਾਂ ਨਹੀਂ ਕਰੀਦਾ, ਆਹ ਕੰਮ ਮਾੜਾ ਹੈ, ਤੇ ਪੁੱਤਰ ਨੇ ਕਹਿਣਾ ਪਿਤਾ ਜੀ ਪਹਿਲਾਂ ਆਪਣੇ ਤਾਂ ਝਾਤੀ ਮਾਰ ਲਓ, ਪਹਿਲਾਂ ਸਾਨੂੰ ਆਪਣੇ ਆਪ ਵਿੱਚ ਸੁਧਾਰ ਕਰਨਾ ਪੈਣਾ। ਤਾਂ ਹੀ ਤੇ ਕਿਹਾ ਸੀ ਮਨ ਰੇ ਕੌਣ ਕੁਮਤ ਤੈਂ ਲੀਨੀ, ਕੁ ਮਤ ਭੈੜੀ ਮਤ, ਤੇ ਮਤ ਨੂੰ ਮਾਤਾ ਕਿਹਾ ਗਿਆ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ RAM, ਭਗਤ ਨੇ ਕੀਨੀ। ਮਨ ਕਹਿੰਦਾ ਮੈਂ ਕੀ ਕਰਾਂ, ਮੇਰੇ ਕੋਲ ਕੁਮਤ ਹੈ, ਭੈੜੀ ਮਤ ਹੈ। ਹੁਣ ਜਿਹੜੀ ਮੇਰੀ ਮਾਂ ਭੈੜੀ ਮਤ ਮੈਨੂੰ ਜਿੱਦਾਂ ਦੀ ਮਤ ਦਿੰਦੀ ਹੈ ਮੈਂ ਉਸੇ ਪਾਸੇ ਤੁਰਦਾ ਪਿਆ। ਪਰ ਦਾਰਾ ਨਿੰਦਿਆ ਰਸ ਰਚਿਓ, ਪਰ ਰੂਪ ਪਰ ਇਸਤਰੀ ਔਰ ਨਿੰਦਾ ਚੁਗਲੀ ਦੇ ਰਸ ਵਿੱਚ ਹੀ ਪਿਆ ਹੋਇਆ, ਕਿਉਂਕਿ ਮੇਰੀ ਕੁਮਤ ਭੈੜੀ ਮਤ ਜਿਹੜੀ ਹੈ ਮੈਨੂੰ ਮਾਤੀ ਇਦਾਂ ਦੀ ਦੇ ਰਹੀ ਹੈ। ਪਰ ਜਿਨ੍ਹਾਂ ਦਾ ਗੁਰੂ ਚਰਨਾਂ ਨਾਲ ਪਿਆਰ ਸੀ ਨਾ, ਜਿਵੇਂ ਬੰਦਾ ਸਿੰਘ ਬਹਾਦਰ ਦੇ ਵੇਲੇ ਬੱਚੇ ਨੂੰ ਆਖਿਆ ਤੂੰ ਝੂਠ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਿਤਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਨਹੀਂ ਆ। ਪਰ ਮਾਂ ਨੇ ਕਿਹਾ ਪੁੱਤਰ ਜੇ ਇਹ ਕਹਿ ਦੇਗਾ ਤੇ ਤੈਨੂੰ ਇਹ ਜ਼ਾਲਮ ਛੱਡ ਦੇਣਗੇ। ਉਹਨਾਂ ਆਖਿਆ ਮਾਂ ਤੂੰ ਮੈਨੂੰ ਭੈੜੀ ਮੱਤ ਦੇਣ ਆ ਗਈ ਹੈ, ਮੈਂ ਇਹ ਤਾਂ ਕਹਿ ਸਕਦਾ ਕਿ ਤੂੰ ਮੇਰੀ ਮਾਂ ਨਹੀਂ, ਕਿਉਂਕਿ ਜਿਹੜੀ ਮੱਤ ਤੂੰ ਦੇ ਰਹੀ ਹੈ ਤੂੰ ਤਾਂ ਗੁਰੂ ਨਾਲੋਂ ਅਲੱਗ ਕਰ ਰਹੀ ਹੈ, ਤੂੰ ਮੈਨੂੰ ਗੁਰੂ ਤੋਂ ਦੂਰ ਕਰ ਰਹੀ ਹੈ, ਤੇ ਜਿਹੜਾ ਮੈਨੂੰ ਗੁਰੂ ਤੋਂ ਦੂਰ ਕਰ ਰਿਹਾ ਉਹ ਭੈੜੀ ਮੱਤ ਦੇ ਰਿਹਾ, ਉਹ ਚੰਗੀ ਮੱਤ ਨਹੀਂ ਦੇ ਰਿਹਾ। ਇਸ ਲਈ ਮੈਂ ਇਹ ਤਾਂ ਕਹਿ ਸਕਦਾ ਕਿ ਤੂੰ ਮੇਰੀ ਮਾਤਾ ਨਹੀਂ ਹੈ, ਪਰ ਮੈਂ ਇਹ ਕਹਾਂਗਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ। ਇੱਥੇ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਮਤ ਮਾਤਾ, ਤੁਸੀਂ ਆਪਣੀ ਮਤ ਜਿਹੜੀ ਸੀ ਉਹਨੂੰ ਮਾਂ ਦਾ ਰੂਪ ਦਿੱਤਾ, ਸੰਤੋਖ ਪਿਤਾ, ਤੇ ਆਪਣੇ ਪਿਤਾ ਦਾ ਰੂਪ ਸੰਤੋਖ ਦੇ ਰੂਪ ਵਿੱਚ ਤੁਸੀਂ ਬਣਾ ਲਿਆ। ਤੁਹਾਡੀ ਮਾਤਾ ਜਿਹੜੀ ਸੀ ਮਤ ਬਣ ਗਈ, ਪਿਤਾ ਸੰਤੋਖ ਬਣ ਗਿਆ। ਸਰ ਸਹਿਜ ਸਮਾਇਓ, ਤੁਸੀਂ ਉਸ ਸਹਿਜ ਦੇ ਸਰੋਵਰ ਦੇ ਵਿੱਚ ਜਿਹੜਾ ਸ਼ਾਂਤੀ ਦਾ ਟਿਕਾ ਦਾ ਸਕੂਨ ਦਾ ਸਰੋਵਰ ਹੈ ਉਹਦੇ ਵਿੱਚ ਤੁਸੀਂ ਲੀਨ ਹੋ ਗਏ। ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ। ਗੁਰੂ ਰਾਮਦਾਸ ਜੀ ਆਜੋਨੀ ਜਿਹੜਾ ਜੂਨਾ ਤੋਂ ਰਹਿਤ ਹੈ, ਸੰਭਵਿਓ ਜਿਹੜਾ ਸਵਯੰ ਤੋਂ ਪੈਦਾ ਹੋਇਆ। ਸਵਯੰ ਜਿਨੇ ਸੰਸਾਰ ਦੀ ਰਚਨਾ ਕੀਤੀ, ਕਿਸੇ ਤੋਂ ਪੁੱਛ ਗਿੱਛ ਕਰਕੇ ਜਾਂ ਕਿਸੇ ਤੋਂ ਸਲਾਹ ਮਸ਼ਵਰਾ ਲੈ ਕੇ ਨਹੀਂ, ਆਪਣੇ ਆਪ ਤੋਂ ਜਿਨੇ ਸੰਸਾਰ, ਜਿਹਨੂੰ ਆਪਾਂ ਆਰੰਭ ਵਿੱਚ ਹੀ ਪੜ ਜਾਂਦੇ ਆ ਸੈ ਭੰਗ, ਜਿਨੇ ਆਪਣੇ ਸਵਯੰ ਆਪਣੇ ਆਪ ਨੂੰ ਭੰਗ ਕਰਕੇ ਨਿਰੰਕਾਰ ਤੋਂ ਸੰਸਾਰ ਬਣਾਇਆ ਹੈ। ਜਾਂ ਜਿਹੜਾ ਜਿਹਨੇ ਆਪਣੀ ਰਚਨਾ ਆਪ ਕੀਤੀ ਹੈ। ਦੋ ਅਰਥ ਇਹਦੇ ਨਿਕਲਦੇ ਨੇ ਕਿ ਜਿਹਨੇ ਆਪਣੀ ਰਚਨਾ ਆਪ ਤੋਂ ਕੀਤੀ ਹੈ, ਕਿਸੇ ਨੇ ਪੈਦਾ ਨਹੀਂ ਕੀਤਾ, ਕਿਸੇ ਨੇ ਜਨਮ ਨਹੀਂ ਦਿੱਤਾ, ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਇੱਕ ਹੈ ਵੀ ਆਪਣੇ ਆਪ ਨੂੰ ਜਦੋਂ ਭੰਗ ਕੀਤਾ ਤਾਂ ਨਿਰੰਕਾਰ ਤੋਂ ਸੰਸਾਰ ਬਣ ਗਿਆ। ਦੋ ਅਰਥ ਇਹਦੇ ਬਣਦੇ ਨੇ। ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਬਚਨਾਂ ਰਾਹੀਂ ਤੁਸੀਂ ਜਗਤ ਨੂੰ ਤਾਰ ਰਹੇ ਹੋ, ਜਗਤ ਗੁਰ ਬਚਨ ਤਰਾਇਓ, ਤੁਸੀਂ ਗੁਰੂ ਰਾਮਦਾਸ ਜੀ ਦਾ ਰੂਪ ਬਣ ਕੇ ਜਿਹੜੇ ਬਚਨ ਤੁਸੀਂ ਸਿੱਖ ਸੰਗਤਾਂ ਨੂੰ ਦੇ ਕੇ ਉਹਨਾਂ ਨੂੰ ਤਾਰ ਰਹੇ ਹੋ, ਪਾਰ ਲੰਘਾ ਰਹੇ ਹੋ, ਉਹ ਜਿਹੜੇ ਬਚਨ ਨੇ ਤੁਹਾਡੇ ਅੰਦਰ ਕੁਦਰਤੀ ਪੈਦਾ ਹੋ ਰਹੇ ਨੇ। ਉਹ ਤੁਹਾਨੂੰ ਕੋਈ ਉਹ ਗੁਰਬਾਣੀ ਦੇ ਬਚਨ ਦੇ ਨਹੀਂ ਰਿਹਾ, ਉਹ ਤਾਂ ਧੁਰੋਂ ਹੀ ਖਸਮ ਦੀ ਬਾਣੀ ਤੁਹਾਡੇ ਹਿਰਦੇ ਵਿੱਚੋਂ। ਔਰ ਸਭ ਤੋਂ ਵੱਡੀ ਗੱਲ ਵੇਖੋ, ਗੁਰੂ ਰਾਮਦਾਸ ਜੀ ਕਿਹੜੇ ਸਕੂਲ ਵਿੱਚ ਗਏ? ਗੁਰੂ ਰਾਮਦਾਸ ਜੀ ਨੇ ਕਦੋਂ ਹੱਥ ਵਿੱਚ ਫੱਟੀ ਪਕੜੀ ਸੀ, ਤੇ ਲਾਹੌਰ ਦੇ ਵਿੱਚ ਮਾਤਾ ਪਿਤਾ ਜੀ ਨੇ ਕਦੋਂ ਸਕੂਲ ਭੇਜਿਆ, ਜਾਂ ਨਾਨੀ ਲੈ ਕੇ ਆਈ ਤਾਂ ਕਦੋਂ ਸਕੂਲ 'ਚ ਭੇਜਿਆ? ਆਹ ਸਕੂਲ ਸੀ ਗੁਰੂ ਅਮਰਦਾਸ ਜੀ ਦੇ ਘਰ ਦਾ, ਆਹ ਪਾਠਸ਼ਾਲਾ ਸੀ, ਇਹ ਧਰਮਸ਼ਾਲ ਸੀ ਜਿੱਥੇ ਆ ਕੇ ਗੁਰਮਤ ਦੀ ਪੜ੍ਹਾਈ ਪੜ੍ਹੀ। ਔਰ ਗੁਰਮਤ ਦੀ ਪੜ੍ਹਾਈ ਜਦੋਂ ਪੜ੍ਹੀ ਤਾਂ ਜਿਹੜੇ ਤੁਹਾਡੇ ਅੰਦਰ
ਉਸ ਰੱਬ ਉਸ ਮਾਲਕ ਦੀਆਂ ਬਖਸ਼ਿਸ਼ਾਂ ਵਰਤੀਆਂ ਜੋ ਆਜੂਨੀ ਜੂਨਾ ਤੋਂ ਰਹਿਤ ਸੀ। ਕਹਿੰਦੇ ਉਸ ਗੁਰਬਾਣੀ ਦੇ ਬਚਨਾਂ ਰਾਹੀਂ ਤੁਸੀਂ ਜਗਤ ਨੂੰ ਤਾਰ ਰਹੇ ਹੋ ਗੁਰੂ ਰਾਮਦਾਸ ਜੀ ਦਾ ਰੂਪ ਬਣ ਕੇ। ਤੇ ਗੁਰੂ ਦਾ ਬਚਨ ਜਿਹੜਾ ਨਾ ਇਹ ਐਸਾ ਹੈ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ ਹੈ। ਇੱਥੇ ਕਹਿੰਦੇ ਆਜੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ। ਗੁਰੂ ਰਾਮਦਾਸ ਜੀ ਤੁਸੀਂ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹੋ ਕੇ ਉਹਦੇ ਵਿੱਚ ਲੀਨ ਹੋ ਕੇ ਸ਼ਬਦ ਦੇ ਰਾਹੀਂ ਇਸ ਜਗਤ ਨੂੰ ਤਾਰ ਰਹੇ ਹੋ। ਅਵਿਗਤ ਅਗੋਚਰ ਅਪਰਪਾਰ, ਮਨ ਗੁਰ ਸ਼ਬਦ ਵਸਾਇਓ। ਹੁਣ ਸ਼ੰਕਾ ਪੈਦਾ ਨਾ ਹੋ ਜਾਏ ਕਿ ਤੁਸੀਂ ਜਿਹੜਾ ਹੈ ਉਹ ਆਜੂਨੀ ਜਿਹੜਾ ਸਵਯੰਭ ਤੋਂ ਪਰਮੇਸ਼ਵਰ ਅਕਾਲ ਪੁਰਖ ਦੀ ਰਚਨਾ ਹੋਈ ਹੈ ਉਹਦੇ ਬਚਨਾਂ ਰਾਹੀਂ ਤੁਸੀਂ ਗੁਰੂ ਦਾ ਰੂਪ ਬਣ ਕੇ ਜਗਤ ਨੂੰ ਕਿਵੇਂ ਤਾਰ ਰਹੇ ਹੋ। ਤਾਂ ਭੱਟ ਜੀ ਕਹਿੰਦੇ ਅਭਿਗਤ, ਅਵਗਤ ਦਾ ਅਰਥ ਹੁੰਦਾ ਹੈ ਅਦ੍ਰਿਸ਼ਟ, ਜਿਹੜਾ ਦਿਖਾਈ ਨਾ ਦੇਵੇ, ਜਿਹੜਾ ਸਾਡੀ ਅੱਖ ਹੁਣ ਪਰਮੇਸ਼ਵਰ ਤਾਂ ਵਰਤ ਰਿਹਾ ਹੈ ਚਾਰੇ ਹਰ ਕਣ ਕਣ ਵਿੱਚ, ਪਰ ਸਾਡੀ ਅੱਖ ਥੋੜੀ ਵੇਖ ਪਾ ਰਹੀ ਹੈ। ਕਹਿੰਦੇ ਉਹ ਜਿਹੜਾ ਅਦ੍ਰਿਸ਼ਟ ਹੈ ਅਗੋਚਰ, ਜਿਹੜਾ ਸਾਡੇ ਗਿਆਨ ਇੰਦਰੀਆਂ ਤੋਂ ਪਰੇ ਹੈ, ਜਿੱਥੇ ਤੱਕ ਸਾਡੇ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ। ਅਪਰ ਪਰ, ਜਿਹੜਾ ਪਰੇ ਤੋਂ ਵੀ ਪਰੇ ਹੈ। ਮਨ ਗੁਰ ਸ਼ਬਦ ਵਸਾਇਓ, ਉਸ ਅਕਾਲ ਪੁਰਖ ਦਾ ਨਾਮ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਮਿਲਿਆ। ਇੱਥੇ ਇੱਕ ਗੱਲ ਕਲੀਅਰ ਹੋ ਗਈ ਕਿ ਨਾਮ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਦੁਆਰਾ ਜਿਹੜਾ ਤੁਸੀਂ ਅਗੋਚਰ ਅਪਰੰਪਰ ਉਸ ਅਦ੍ਰਿਸ਼ਟ ਪਰਮੇਸ਼ਵਰ ਦੇ ਨਾਮ ਨੂੰ ਮਨ ਵਿੱਚ ਵਸਾਇਆ, ਉਸ ਨਾਮ ਦੀ ਬਰਕਤ ਨਾਲ ਤੁਸੀਂ ਗੁਰੂ ਰਾਮਦਾਸ ਜੀ ਦਾ ਰੂਪ ਬਣ ਕੇ ਜਗਤ ਗੁਰ ਬਚਨ ਤਰਾਇਓ। ਤੁਸੀਂ ਗੁਰੂ ਦਾ ਰੂਪ ਬਣ ਕੇ ਇਸ ਅੰਮ੍ਰਿਤਮਈ ਬਚਨਾਂ ਨਾਲ ਇਸ ਜਗਤ ਨੂੰ ਤਾਰ ਰਹੇ ਹੋ। ਗੁਰ ਰਾਮਦਾਸ ਕਲ ਉਚਰੈ, ਤੈ ਜਗਤ ਉਦਾਹਰਣ ਪਾਇਓ। ਗੁਰੂ ਰਾਮਦਾਸ ਪਾਤਸ਼ਾਹ ਜੀ ਭੱਟ ਕਲ ਜੀ ਕਹਿ ਰਹੇ ਨੇ, ਕਲ ਉਚਰੈ, ਉਚਾਰਨ ਕਰ ਰਹੇ ਨੇ ਆਪਣੀ ਰਸਨਾ ਤੋਂ। ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰ ਰਾਮਦਾਸ ਕਲ ਉਚਰੈ, ਤੈਂ ਜਗਤ ਉਦਾਹਰਣ ਪਾਇਓ। ਤੁਸੀਂ ਜਗਤ ਦਾ ਉਧਾਰ ਕਿਵੇਂ ਕਰ ਰਹੇ ਹੋ? ਕਿਉਂਕਿ ਤੁਸੀਂ ਖੁਦ ਉਸ ਜਗਤ ਦਾ ਉਧਾਰ ਕਰਨ ਵਾਲੇ ਨੂੰ ਪਾ ਲਿਆ ਹੈ, ਉਹਦੀ ਪ੍ਰਾਪਤੀ ਕਰ ਲਈ ਹੈ, ਔਰ ਪ੍ਰਾਪਤੀ ਕਰਕੇ ਤੁਸੀਂ ਸਦਾ ਲਈ ਉਹਦੇ ਵਿੱਚ ਲੀਨ, ਉਹਦੇ ਵਿੱਚ ਸਮਾ ਗਏ ਹੋ। ਇਹ ਜੁਗਤੀ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਘਰੋਂ ਮਿਲੀ, ਤੇ ਜਿਹੜੀ ਜੁਗਤੀ ਤੁਹਾਨੂੰ ਮਿਲੀ ਉਹੀ ਜੁਗਤੀ ਤੁਸੀਂ ਅੱਗੋਂ ਗੁਰ ਸ਼ਬਦ ਨਾਲ ਜੋੜ ਕੇ ਉਹਨਾਂ ਨੂੰ ਨਿਰੰਕਾਰ ਵਿੱਚ ਲੀਨ ਕਰਕੇ ਉਹਨਾਂ ਦੇ ਜਨਮ ਮਰਨ ਨੂੰ ਆਵਾਗਮਨ ਨੂੰ ਕੱਟ ਰਹੇ ਹੋ। ਇਹੀ ਜੁਗਤੀ ਅੱਜ ਵੀ ਦਿੱਤੀ ਜਾ ਰਹੀ ਹੈ। ਗੁਰ ਕਿਰਪਾ ਜੈ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਅਸੀਂ ਵੀ ਐਸੇ ਸਮਰੱਥ ਗੁਰੂ ਸਾਹਿਬ ਦੇ ਦਰ ਦੇ ਆ ਕੇ ਗੋਲੇ ਬਣ ਕੇ ਅਰਦਾਸ ਕਰੀਏ ਕਿ ਤੁਹਾਡੀ ਸ਼ਰਨ 'ਚ ਆਏ ਆ, ਸਾਨੂੰ ਵੀ ਆਪਣਾ ਗੋਲਾ ਮਤ ਰੂਪੀ ਮਾਤਾ ਦਾ ਰੂਪ ਦੇ ਕੇ, ਸੰਤੋਖ ਰੂਪੀ ਪਿਤਾ ਦਾ ਰੂਪ ਦੇ ਕੇ ਸਾਨੂੰ ਵੀ ਗੋਲਾ ਬਣਾ ਲਓ। ਅਸੀਂ ਵੀ ਸ਼ਬਦ ਨਾਲ ਜੁੜ ਕੇ ਇਸ ਭਵਜਲ 'ਚੋਂ ਤਰ ਸਕੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ
ਇਹ ਅਰਦਾਸ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ, ਤਾਂ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸੇਵਕ ਦਾਸ ਗੋਲੇ ਬਣ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਭੱਟ ਕਲ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਅਵਿਗਤ ਅਗੋਚਰ ਅਪਰ ਪਾਰ, ਮਨ ਗੁਰ ਸ਼ਬਦ ਵਸਾਇਆ। ਗੁਰ ਰਾਮਦਾਸ ਕਲ ਉਚਰੈ, ਤੈ ਜਗਤ ਉਦਾਹਰਣ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।